ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਮਾਲੀ ਸਿੰਘ ਤਿਸ ਫਿਰ ਕਹਿਓ, ਸੋ ਹਮ ਚੀਜ਼ ਬਤਾਏ। ਜੋ ਸਭ ਹਨ ਮੈਂ ਅਤ ਘਣੀ, ਸੋ ਮੈਂ ਰਖੋ ਉਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਵਿੱਚ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ। ਔਰ ਖਾਲਸੇ ਪੰਥ ਦਾ ਉਹ ਇਤਿਹਾਸ ਜੋ 18ਵੀਂ ਸਦੀ 'ਚ ਸਿੱਖਾਂ ਨੇ ਬੜੇ ਭਾਰੀ ਕਸ਼ਟ ਜ਼ੁਲਮ ਸਹਾਰੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ 200 ਸਾਲ ਦਾ ਇਤਿਹਾਸ ਜਿਹੜਾ ਸ਼ਹੀਦੀਆਂ ਨਾਲ ਹੀ ਭਰਿਆ ਪਿਆ। ਪਰ ਖਾਸ ਕਰਕੇ 18ਵੀਂ ਸਦੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ਹਾਦਤਾਂ ਹੋਈਆਂ ਔਰ ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਬੇਅੰਤ ਹੀ ਹੋਏ। ਜੰਗਾਂ ਯੁੱਧਾਂ 'ਚ ਸਿੰਘ ਰਹਿੰਦੇ ਰਹੇ। ਉਸ ਵੇਲੇ ਸਿੰਘਾਂ ਨੇ ਕਈ ਗਰੀਬ ਗੁਰਬੇ ਦੀ ਮਦਦ ਵੀ ਕੀਤੀ, ਧੀਆਂ ਭੈਣਾਂ ਨੂੰ ਦੁਸ਼ਮਣਾਂ ਦੇ ਕਬਜ਼ੇ 'ਚੋਂ ਛੁਡਾਇਆ। ਕਸੂਰ ਦੇ ਵਿੱਚ ਇੱਕ ਬ੍ਰਾਹਮਣ ਦੀ ਘਰਵਾਲੀ ਨੂੰ ਉੱਥੋਂ ਦੇ ਪਠਾਨ ਹਾਕਮ ਨੇ ਚੁੱਕ ਲਿਆ ਸੀ ਔਰ ਉਹ ਬ੍ਰਾਹਮਣ ਰੋਂਦਾ ਪਿੱਟਦਾ ਗੁਰੂ ਖਾਲਸੇ ਪੰਥ ਦੀ ਸ਼ਰਨ ਵਿੱਚ ਸ੍ਰੀ ਅੰਮ੍ਰਿਤਸਰ ਆਇਆ। ਅੰਮ੍ਰਿਤਸਰ ਉਸ ਵੇਲੇ ਜਥੇਦਾਰ ਹਰੀ ਸਿੰਘ ਭੰਗੀ, 5 ਮਿਸਲਾਂ ਤਰਨੇ ਦਲ ਦੀਆਂ ਜੋ ਸਨ, ਸ਼ੁਕਰ ਚੱਕੀਏ, ਕਨਈਏ, ਰਾਮਗੜੀਏ, ਉਹ ਸਾਰੇ ਉੱਥੇ ਹੀ ਸਨ। ਉਹਨਾਂ ਸਾਰੀਆਂ ਮਿਸਲਾਂ ਨੇ ਗੁਰਮਤਾ ਸੋਧ ਕੇ ਕਸੂਰ ਤੇ ਚੜ੍ਹਾਈ ਕਰ ਦਿੱਤੀ। ਪਠਾਨ ਸ਼ਰਦਖਾਨੇ 'ਚ ਸੁੱਤੇ ਪਏ ਖਾਲਸੇ ਨੇ ਜਾ ਕੇ ਦੱਬ ਲਏ ਔਰ ਉਹਨਾਂ ਨੂੰ ਸੋਧਾ ਲਾਇਆ। ਕਸੂਰ ਦਾ ਖਜ਼ਾਨਾ ਬਹੁਤ ਵੱਡਾ ਸੀ। ਵੱਡੇ ਵੱਡੇ ਨਵਾਬਾਂ ਦੇ ਖਜ਼ਾਨੇ ਖਾਲਸੇ ਨੇ ਖੋਹ ਲਏ ਔਰ ਉਸ ਕਸੂਰ ਦੇ ਵਿੱਚ ਪਠਾਣਾਂ ਦਾ ਗਵਰਨਰ ਜੋ ਸੂਬੇਦਾਰ ਸੀ, ਉਹਨੂੰ ਸੋਧ ਕੇ ਉਹਦੇ ਘਰੋਂ ਬ੍ਰਾਹਮਣੀ ਨੂੰ ਛੁਡਾ ਕੇ ਬ੍ਰਾਹਮਣ ਦੇ ਹਵਾਲੇ ਕੀਤਾ। ਤਾਂ ਇੱਕ ਇੱਥੇ ਐਸੀ ਘਟਨਾ ਵੀ ਵਾਪਰ ਗਈ ਜਿਹਦੇ ਨਾਲ ਸਿੰਘਾਂ ਦੇ ਵਿੱਚ ਆਪਸੀ ਮਤਭੇਦ ਸ਼ੁਰੂ ਹੋ ਗਿਆ। ਇਹ ਕੁਦਰਤ ਹੈ, ਬੜੀ ਬਲਵਾਨ ਹੈ। ਔਰ ਬਾਣੀ 'ਚ ਪੰਕਤੀ ਆਉਂਦੀ, ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਇਨਸਾਨ ਦੇ ਅੰਦਰ ਲਾਲਚ ਜਦੋਂ ਆ ਜਾਂਦਾ ਹੈ ਤੇ ਲਾਲਚ ਉਹਦੇ ਧਰਮ ਕਰਮ ਨੂੰ ਭ੍ਰਿਸ਼ਟ ਕਰ ਦਿੰਦਾ ਹੈ। ਜੈਸੇ ਬੜੇ ਗੁਣ ਲੋਭ ਤੇ ਜਾਤ ਪਰਾਈ, ਵੱਡੇ ਵੱਡੇ ਗੁਣ ਲੋਭ ਨਾਲ ਚਲੇ ਜਾਂਦੇ ਹਨ। ਸੋ ਸਾਧ ਸੰਗਤ ਜੀ, ਰਾਮਗੜੀਆਂ ਤੇ ਕਨਈਆਂ ਦੀ ਮਿਸਲ ਦਾ ਇਕੱਠਾ ਹੀ ਪੜਾ ਹੁੰਦਾ ਸੀ ਤੇ ਇਕੱਠਾ ਹੀ ਲੰਗਰ ਪੱਕਦਾ ਸੀ। ਕਨਈਏ ਤੇ ਰਾਮਗੜੀਏ ਨੇੜਤਾ ਇਸ ਕਰਕੇ ਵੀ ਰੱਖਦੇ ਸਨ ਕਿ ਕਾਹਨੇ ਪਿੰਡ ਦੇ ਵਿੱਚ ਜਿੱਥੇ ਜੈ ਸਿੰਘ ਦਾ ਪਿੰਡ ਸੀ, ਰਾਮਗੜੀਏ ਜੱਸਾ ਸਿੰਘ ਦੇ ਨਾਨਕੇ ਉੱਥੋਂ ਦੇ ਸਨ। ਇਸ ਕਰਕੇ ਦੋਵਾਂ ਮਿਸਲਾਂ ਦੀ ਆਪਸ ਵਿੱਚ ਨੇੜਤਾ ਬਣੀ ਰਹਿੰਦੀ ਸੀ। ਕਸੂਰ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਇਕੱਠੇ ਹੀ ਗਏ, ਪਰ ਉੱਥੇ ਲੁੱਟਮਾਰ ਦਾ ਜੋ ਮਾਲ ਸਰਕਾਰ ਦੇ ਖਜ਼ਾਨੇ, ਉਹਨਾਂ ਵਿੱਚੋਂ ਇੱਕ ਦਿਲੇ ਰਾਮ ਦੀ ਹਵੇਲੀ ਸੀ। ਦਿਲੇ ਰਾਮ ਬੇਗਮ ਦਾ ਦੀਵਾਨ ਹੋਇਆ, ਦਿੱਲੀ ਦੇ ਬਾਦਸ਼ਾਹ ਦੀ ਬੇਗਮ ਦਾ, ਜਿਹਦੇ ਕੋਲ 1 ਕਰੋੜ ਰੁਪਈਆ ਨਗਦ ਤੇ ਕਈ ਲੱਖ ਰੁਪਈਏ ਦੇ ਗਹਿਣੇ ਤੇ ਹੀਰੇ ਮੋਤੀ ਸਨ। ਉਹਨੇ ਆਪਣੇ ਸਾਰੇ ਪਰਿਵਾਰਾਂ ਨੂੰ ਲਾਹੌਰ ਤੋਂ ਕਸੂਰ ਸ਼ਿਫਟ ਕਰ ਦਿੱਤਾ, ਕਿਉਂਕਿ ਕਸੂਰ ਦੇ ਵਿੱਚ ਖਤਰਾ ਘੱਟ ਸੀ। ਸਾਰਾ ਪੈਸਾ ਤਾਂ 2 ਨੰਬਰ ਦਾ ਹੀ ਸੀ, ਸਰਕਾਰ ਦੇ ਖਜ਼ਾਨਿਆਂ ਵਿੱਚੋਂ ਹੀ ਚੁਰਾਇਆ ਹੋਇਆ ਸੀ ਦਿਲੇ ਰਾਮ ਨੇ, ਪਰ ਉਹ ਪੈਸਾ ਬਹੁਤ ਜ਼ਿਆਦਾ ਸੀ। ਉਸ ਜ਼ਮਾਨੇ 'ਚ ਕਰੋੜ ਰੁਪਈਆ ਬਹੁਤ ਜ਼ਿਆਦਾ ਮੁੱਲ ਰੱਖਦਾ ਸੀ ਤੇ ਨਾਲ ਕਈ ਲੱਖਾਂ ਦੇ ਹੀਰੇ ਮੋਤੀ ਸਨ, ਜਵਾਹਰਾਤ ਸਨ, ਗਹਿਣੇ ਸੋਨੇ ਚਾਂਦੀ ਦੇ ਬਹੁਤ ਸਨ। ਦਿਲੇ ਰਾਮ ਦੀ ਹਵੇਲੀ ਤੇ ਲੁਟੇਰਿਆਂ ਨੇ ਵੀ ਹਮਲਾ ਕਰਕੇ ਬੜਾ ਕੁਝ ਲੁੱਟ ਲਿਆ। ਬਾਅਦ ਵਿੱਚ ਸਰਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਵੀ ਉਹਦੇ ਉੱਤੇ ਪਹਿਰਾ ਲਾ ਦਿੱਤਾ। ਕਨਈਆਂ ਦੀ ਤੇ ਰਾਮਗੜੀਆਂ ਦੀ ਮਿਸਲ ਦਾ ਪਹਿਰਾ ਲੱਗ ਗਿਆ
ਤੇ ਕਨ੍ਹਈਆ ਦੇ ਰਾਮਗੜੀਆਂ ਨੇ ਦਿਲੇ ਰਾਮ ਦੇ ਪੁੱਤਰ ਨੂੰ ਫੜ ਕੇ ਉਹਨੂੰ ਥੋੜ੍ਹੀ ਜਿਹੀ ਤਾੜਨਾ ਕੀਤੀ, ਉਹਦੇ ਕੋਲੋਂ ਕਾਫੀ ਖਜ਼ਾਨਾ ਕਢਾ ਲਿਆ। ਫਿਰ ਉਹਨੂੰ ਕਹਿਣ ਲੱਗੇ ਵੀ ਸਾਨੂੰ ਸਾਰੇ ਖਜ਼ਾਨੇ ਬਾਰੇ ਦੱਸ। ਮਾਲੀ ਸਿੰਘ ਰਾਮਗੜੀਏ ਨੇ, ਜੱਸਾ ਸਿੰਘ ਦਾ ਜੋ ਛੋਟਾ ਭਾਈ ਸੀ, ਉਹਨੇ ਦਿਲੇ ਰਾਮ ਦੇ ਪੁੱਤਰ ਨੂੰ ਗੱਲੀ ਬਾਤੀ ਲਾ ਕੇ ਉਹਦੇ ਕੋਲੋਂ ਸਾਰੇ ਖਜ਼ਾਨੇ ਬਾਰੇ ਇਕਬਾਲ ਕਰਵਾ ਲਿਆ ਤੇ ਬਾਅਦ ਵਿੱਚ ਉਹ ਖਜ਼ਾਨਾ ਇਕੱਲੇ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਦੇ ਪ੍ਰਕਰਣ 'ਚ ਇਹ ਕਥਾ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ, ਜਿਹਦੇ ਕਰਕੇ ਪੰਥ ਵਿੱਚ ਆਪਸੀ ਮਤ ਭੇਦ ਵੀ ਵਧਣ ਲੱਗਾ। ਪਰ ਜੱਸਾ ਸਿੰਘ ਜੀ ਆਹਲੂਵਾਲੀਆ, ਚੜ੍ਹਤ ਸਿੰਘ ਸ਼ੂਕਰ ਚੱਕੀ ਵਰਗੇ ਸਿਆਣਿਆਂ ਨੇ ਫਿਰ ਉਹਨੂੰ ਇੱਕ ਤਰ੍ਹਾਂ ਨਾਲ ਉਸ ਲੜਾਈ ਨੂੰ ਕਿਸੇ ਤਰ੍ਹਾਂ ਇੱਕ ਤਰੀਕੇ ਨਾਲ ਸਮੇਟਿਆ ਸੀ। ਉਹ ਕਥਾ ਭਾਈ ਸਾਹਿਬ ਲਿਖਦੇ ਨੇ, ਸੁਣੋ ਪਿਆਰ ਨਾਲ, ਆਖੋ ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਲੀ ਸਿੰਘ ਤਿਸ ਫਿਰ ਕਹਿਓ, ਸੋ ਹਮ ਚੀਜ਼ ਮਾਲੀ ਸਿੰਘ ਦਿਲੇ ਰਾਮ ਦੇ ਪੁੱਤਰ ਨੂੰ ਕਹਿਣ ਲੱਗਾ, ਜਿੰਨਾ ਕੁ ਤੇਰੇ ਕੋਲ ਧਨ ਹੈ, ਜਿਹੜੀਆਂ ਚੀਜ਼ਾਂ ਬੜੀਆਂ ਮਹਿੰਗੀਆਂ ਹਨ, ਉਹ ਸਾਨੂੰ ਦੱਸ। ਸੋ ਹਮ ਚੀਜ਼ ਬਤਾਏ, ਉਹ ਚੀਜ਼ਾਂ ਬਤਾ ਸਾਨੂੰ ਜਿਹੜੀਆਂ ਬਹੁਤ ਜ਼ਿਆਦਾ ਹਨ। ਜੋ ਸਭ ਹਨ ਮੈਂ ਅਤ ਘਣੀ, ਜਿਹੜੀਆਂ ਸਾਰਿਆਂ ਵਿੱਚੋਂ ਜ਼ਿਆਦਾ ਹਨ। ਸੋ ਮੈਂ ਰੱਖੋ ਉਠਾਏ, ਉਹ ਮੈਨੂੰ ਦੇ ਜਿਹੜੀਆਂ ਬਹੁਤ ਮਹਿੰਗੀਆਂ ਚੀਜ਼ਾਂ ਹਨ। ਚੌਪਈ ਕਹਿਓ ਤੋਹੇ ਮੈਂ ਰਾਜੀ ਕਰੂੰਗਾ। ਇਹ ਸੁਣ ਕੇ ਉਹ ਦਿਲੇ ਰਾਮ ਦਾ ਪੁੱਤਰ ਮਾਲੀ ਸਿੰਘ ਨੂੰ ਕਹਿਣ ਲੱਗਾ, ਸਰਦਾਰ ਜੀ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਨੂੰ ਵੀ ਰਾਜੀ ਕਰ ਦਿਆਂਗਾ, ਬਹੁਤ ਮਾਲ ਤੁਹਾਨੂੰ ਦਿਆਂਗਾ। ਆਪਣੀ ਦੀਵਾਨੀ ਤੁਧ ਸਿਰ ਧਰੂੰਗਾ, ਮੈਂ ਆਪਣੀ ਦੀਵਾਨੀ ਜਿਹੜੀ ਦੀਵਾਨ ਦਾ ਪਦ ਹੈ ਉਹ ਸਾਰਾ ਹੀ ਤੇਰੇ ਤੋਂ ਵਾਰ ਦਿਆਂਗਾ, ਭਾਵ ਤੈਨੂੰ ਦੇ ਦਿਆਂਗਾ। ਉਹਨ ਕਹੀ ਇੱਕ ਸੰਦੂਕੜੀ ਭਾਰੀ, ਉਹਨੇ ਕਿਹਾ ਮੇਰੇ ਕੋਲ ਇੱਕ ਬੜੀ ਭਾਰੀ ਸੰਦੂਖੜੀ ਅਜੇ ਹੋਰ ਪਈ ਹੈ, ਜਿਹਦਾ ਕਿਸੇ ਨੂੰ ਪਤਾ ਨਹੀਂ ਹੈ। ਮੱਧ ਪੌੜੀਓ ਜੋ ਨਿਕਾਰੀ, ਜਿਹੜੀ ਪੌੜੀਆਂ ਦੇ ਥੱਲਿਓਂ ਕੱਢਣ ਵਾਲੀ ਹੈ। ਬੜੀ ਬਿਜ ਭਾਰੀ ਉਸ ਮਾਹੇ, ਉਹਦੇ 'ਚ ਬਹੁਤ ਮਾਲ ਹੈ, ਬਹੁਤ ਜ਼ਿਆਦਾ ਮਹਿੰਗਾ ਸਮਾਨ ਉਸ ਸੰਦੂਖੜੀ ਵਿੱਚ ਪਿਆ ਹੈ। ਕੱਢ ਅੜਾਈ ਕੋਠੜੀ ਤਾਹੇ, ਉਸ ਕੋਠੜੀ ਦੇ ਵਿੱਚ ਪੌੜੀ ਦੇ ਥੱਲਿਓਂ ਉਹ ਕੱਢ ਕੇ ਰੱਖਣ ਵਾਲੀ ਚੀਜ਼ ਹੈ, ਤੂੰ ਉੱਥੋਂ ਕੱਢ ਲਵੀਂ, ਪਰ ਅਜੇ ਚੁੱਪ ਰਹਿ, ਮੈਂ ਤੈਨੂੰ ਕਢਾ ਦਿਆਂਗਾ। ਦੋਹੂ ਵੱਲ ਕੈ ਜਹ ਬਹਿ ਸਿਪਾਹੀ, ਕਿਉਂਕਿ ਉੱਥੇ ਦੋਵਾਂ ਮਿਸਲਾਂ ਦੇ ਸਿਪਾਹੀ ਬੈਠੇ ਸਨ, ਕਨ੍ਹਈਆ ਮਿਸਲ ਦੇ ਵੀ ਤੇ ਰਾਮਗੜੀਆਂ ਦੀ ਮਿਸਲ ਦੇ ਵੀ। ਇਸ ਕਰਕੇ ਦੋਵਾਂ ਦੇ ਸਾਹਮਣੇ ਖਜ਼ਾਨਾ ਕੱਢੋਗੇ ਤੇ ਅੱਧਾ ਅੱਧਾ ਵੰਡਣਾ ਪਏਗਾ। ਸੋ ਅਬ ਤੁਮਰੇ ਕਿਮ ਹੱਥ ਆਈ, ਮਾਲੀ ਸਿੰਘ ਜੀ ਤੇਰੇ ਇਕੱਲੇ ਦੇ ਹੱਥ ਨਹੀਂ ਆਏਗੀ, ਜੇ ਹੁਣ ਤੂੰ ਸਾਰਿਆਂ ਦੇ ਸਾਹਮਣੇ ਖੋਲੇਗਾ ਉਹ ਕੋਠੜੀ, ਉਹ ਖਜ਼ਾਨਾ ਜਿਹੜਾ ਪੌੜੀਆਂ ਦੇ ਥੱਲੇ ਸੰਦੂਖੜੀ 'ਚ ਪਿਆ ਹੈ, ਹੀਰੇ ਮੋਤੀ ਜਵਾਹਰਾਤ ਸਬਜੇ ਪੰਨੇ ਬਹੁਤ ਸਾਰੇ ਜੇਵਰਾਤ, ਉਹ ਤੈਨੂੰ ਦੂਜਿਆਂ ਨਾਲ ਵੀ ਵੰਡਣੇ ਪੈਣਗੇ। ਜੋ ਬਿਦ ਬਨੈ ਤੋ ਕਿਮੈ ਲਈ ਕੱਢ, ਜੇ ਬਿਦ ਬਣੇਗੀ ਟਾਈਮ ਮਿਲੇਗਾ ਤੂੰ ਕੱਢ ਲਈ, ਮੈਂ ਤੈਨੂੰ ਦੱਸ ਦਿੰਦਾ ਹਾਂ। ਔਰ ਵਸਤ ਭਾਵੈ ਦਈ ਛੱਡ, ਉਹ ਗੱਲੀ ਸੰਦੂਖੜੀ ਤੋਂ ਲੈ ਜਾਈਂ, ਬਾਕੀ ਭਾਵੇਂ ਸਾਰੀ ਹਵੇਲੀ ਛੱਡ ਜਾਈਂ, ਤਾਂ ਵੀ ਉਸ ਸੰਦੂਖੜੀ ਦਾ ਇੰਨਾ ਮੁੱਲ ਹੈ ਵੀ ਸਾਰੀ ਹਵੇਲੀ ਦਾ ਨਹੀਂ ਪੈ ਸਕਦਾ। ਹਾਂਜੀ। ਹੈ ਬੇਗਮ ਕੋ ਉਸ ਮੈਂ ਗਹਿਣੋ, ਉਹਦੇ ਵਿੱਚ ਹਿੰਦੁਸਤਾਨ ਦੀ ਮੁਗਲੀਆ ਬੇਗਮ ਦੇ ਗਹਿਣੇ ਹਨ। ਬਾਦਸ਼ਾਹ ਦੀ ਬੇਗਮ ਦੇ ਗਹਿਣੇ ਮੇਰਾ ਪਿਓ ਲੈ ਕੇ ਆਇਆ ਸੀ, ਜਿਹੜੇ ਇੱਥੇ ਕਸੂਰ 'ਚ ਉਸ ਸੰਦੂਖੜੀ 'ਚ ਰੱਖੇ ਹੋਏ ਹਨ। ਸੋ ਸਾਂਭੋ ਜੋ ਜੇ ਤੁਮ ਹੋਏ ਲਹਿਣੋ, ਜੇ ਤੂੰ ਲੈਣੇ ਨੇ ਤੇ ਤੂੰ ਸਾਂਭ ਲਈ, ਮੈਂ ਤੈਨੂੰ ਛੱਡਾਂਗਾ। ਪੱਕੀ ਗੱਲ ਹੈ ਵੀ ਉਹ ਖਜ਼ਾਨਾ ਤੈਨੂੰ ਹੀ ਦਿਆਂਗਾ, ਤੂੰ ਚੁੱਕ ਲਵੀਂ, ਮੇਰੇ ਤੇ ਇਤਬਾਰ ਕਰ ਤੇ ਮੇਰੀ ਜਾਨ ਬਖਸ਼ ਦੇ। ਇਹ ਜੋ ਸੰਦੂਖ ਜਵੇਰ ਕੇ ਧਰੇ, ਇਹ ਜਿਹੜੇ ਸੰਦੂਖ ਜਵਾਹਰਾਤਾਂ ਦੇ ਹੀਰਿਆਂ ਮੋਤੀਆਂ ਦੇ ਪਏ ਨੇ, ਖੋਲ ਦਿਖੈ ਤੋ ਚੰਦ ਸੋ ਚਰੇ, ਜੇ ਤੂੰ ਖੋਲ ਕੇ ਦੇਖੇਗਾ ਤੇ ਦਿਨੇ ਚੰਦ ਚੜ ਜਾਏਗਾ, ਭਾਵ ਇੰਨਾ ਧਨ ਹੋਵੇਗਾ ਵੀ ਤੂੰ ਤੇਰੀਆਂ ਅੱਖਾਂ ਚੁੰਧਿਆ ਜਾਣਗੀਆਂ। ਹੀਰੇ ਮੋਤੀ ਜਵਾਹਰਾਤ ਬਹੁਤ ਮਹਿੰਗਾ ਸਮਾਨ ਹੀਰਿਆਂ ਮੋਤੀਆਂ ਦਾ ਉਸ ਸੰਦੂਖੜੀ 'ਚ ਪਿਆ ਹੈ। ਖੂਬ ਜਵਾਹਰ ਜੜਤੀ ਬੇਸ, ਉਹ ਬੜੇ ਮਹਿੰਗੇ ਜਵਾਹਰਾਤ ਨੇ, ਜੜਾਊ ਨੇ, ਬਹੁਤ ਜ਼ਿਆਦਾ ਗਹਿਣੇ ਮਹਿੰਗੇ ਬੇਗਮ ਦੇ ਹਨ। 9-9 ਲੱਖੇ ਹਾਰ ਉਹਦੇ ਵਿੱਚ ਪਏ ਹਨ।
ਲੇਤ ਮੋਹ ਜੋ ਦੇਖੈ ਤੇਸ। ਮਾਲੀ ਸਿੰਘ ਜੀ ਜਿਹੜਾ ਇੱਕ ਵਾਰੀ ਉਹਨਾਂ ਜਵਾਹਰਾਤਾਂ ਨੂੰ ਦੇਖ ਲਵੇ ਉਹਦਾ ਮਨ ਮੋਹਿਆ ਜਾਂਦਾ। ਉਹ ਇੰਨੇ ਸੁੰਦਰ ਕਾਰੀਗਰਾਂ ਨੇ ਸ਼ਿੰਗਾਰ ਕੇ ਗਹਿਣਿਆਂ ਦੇ ਵਿੱਚ ਮੋਤੀ ਹੀਰੇ ਜੜੇ ਹੋਏ ਨੇ, ਵੇਖਣ ਵਾਲਿਆਂ ਦਾ ਮਨ ਵੇਖਦਾ ਹੀ ਰਹਿੰਦਾ, ਮੋਹਿਆ ਜਾਂਦਾ ਹੈ, ਮਾਲਾ ਮਾਲ ਹੋ ਜਾਈਦਾ ਹੈ। ਸੇਤ ਗੁਲਾਬੀ ਜਿਮ ਝਲਕੈ ਤਾਰੇ। ਉਹਦੇ ਵਿੱਚ ਚਿੱਟੇ ਗੁਲਾਬੀ ਕਈ ਰੰਗ ਦੇ ਇੰਜ ਚਮਕਦੇ ਜਿਵੇਂ ਰਾਤ ਨੂੰ ਤਾਰੇ ਚਮਕਦੇ ਆ। ਸੁਰਖ ਸੁਹੈ ਜਿਮ ਫੁੱਲ ਅਨਾਰੇ। ਕਈ ਸੂਹੇ ਰੰਗ ਦੇ, ਸੁਰਖ ਲਾਲ ਰੰਗ ਦੇ ਹਨ ਜਿਵੇਂ ਅਨਾਰ ਦੇ ਦਾਣੇ ਹੁੰਦੇ ਹਨ। ਮੋਰ ਕੰਠ ਜਿਮ ਨੀਲ ਸੋ ਝਮਕੈ। ਜਾਂ ਇੰਜ ਸਮਝ ਲਓ ਜਿਵੇਂ ਮੋਰ ਦੀ ਗਰਦਨ ਦੇ ਉੱਤੇ ਨੀਲਾ ਤਿਲਕਵਾਂ ਜਿਹਾ ਰੰਗ ਹੁੰਦਾ ਨਾ, ਝਮਕਦਾ ਹੈ। ਇਦਾਂ ਦੇ ਹਨ ਉਹ ਚੀਜ਼ਾਂ ਕੁਦਰਤ ਵੱਲੋਂ ਬਣੀਆਂ ਹੋਈਆਂ। ਸਬਜ ਸਰੂਪ ਜਿਮ ਸਬਜੈ ਕਮ ਕੈ। ਸਬਜੇ ਹੀਰੇ, ਪੰਨੇ, ਪੁਖਰਾਜ, ਨੀਲਮ ਕਈ ਕਿਸਮ ਦੇ ਕੰਮ ਦੀਆਂ ਚੀਜ਼ਾਂ ਹਨ। ਦੋਹਰਾ ਮਾਲੀ ਸਿੰਘ ਨੇ ਉਸ ਕਹਿਓ, ਉਸ ਕੋ ਮਾਲ ਬਤਾਓ। ਮਾਲੀ ਸਿੰਘ ਕਹਿਣ ਲੱਗਾ ਤੂੰ ਮੈਨੂੰ ਸਾਰੇ ਮਾਲ ਬਾਰੇ ਦੱਸ। ਜਿਉਂ-ਜਿਉਂ ਮਾਲੀ ਸਿੰਘ ਸੁਣੀ ਜਾਂਦਾ ਸੀ ਨਾ, ਮਾਲੀ ਸਿੰਘ ਦਾ ਲਾਲਚ ਵੱਧਦਾ ਜਾਂਦਾ ਸੀ। ਸਾਧ ਸੰਗਤ ਜੀ, ਇਹ ਸੰਸਾਰ ਦੇ ਵਿੱਚ ਲੋਭ ਸਭ ਤੋਂ ਵੱਡੀ ਭਿਆਨਕ ਬਿਮਾਰੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਲਿਖਿਆ, ਲੋਭ ਮੂਲ ਇਹ ਜਗ ਕੋ ਹੁਆ। ਇਸ ਦੁਨੀਆ ਦਾ ਮੁੱਢ ਲੋਭ ਹੀ ਹੈ। ਜਿੰਨਾ ਕੁਝ ਹੋ ਰਿਹਾ ਸੰਸਾਰ ਵਿੱਚ ਲਾਲਚ ਦੇ ਨਾਂ ਤੇ ਹੋ ਰਿਹਾ ਹੈ। ਲਾਲਚ ਦੇ ਨਾਂ ਤੇ ਹੀ ਵਪਾਰ ਹੋ ਰਹੇ ਨੇ, ਲਾਲਚ ਦੇ ਨਾਂ ਤੇ ਰਾਜਨੀਤੀ ਹੁੰਦੀ ਹੈ, ਲਾਲਚ ਦੇ ਨਾਂ ਤੇ ਕਤਲੋਗਾਰਤ ਹੁੰਦੀ ਹੈ, ਖੂਨ ਖਰਾਬੇ ਹੁੰਦੇ ਨੇ। ਜਿੱਥੇ ਲਾਲਚ ਆ ਜਾਂਦਾ ਉੱਥੇ ਧਰਮ ਨਹੀਂ ਰਹਿੰਦਾ, ਉੱਥੇ ਪਾਪ ਆ ਜਾਂਦਾ। ਉੱਥੇ ਬੰਦਾ ਆਪਣੀ ਜ਼ੁਬਾਨ ਤੋਂ ਵੀ ਫਿਰ ਜਾਂਦਾ ਹੈ, ਭਾਵੇਂ ਉਹ ਕਿਸੇ ਧਰਮ ਦਾ ਹੋਵੇ। ਇਹ ਕੋਈ ਗੱਲ ਨਹੀਂ ਵੀ ਮੁਸਲਮਾਨ ਜਾਂ ਹਿੰਦੂ ਜਾਂ ਸਿੱਖ ਜਾਂ ਈਸਾਈ ਜਾਂ ਜੈਨੀ ਜਾਂ ਬੋਧੀ, ਜਿਹੜਾ ਵੀ ਕਿਸੇ ਧਰਮ ਦਾ, ਕਿਸੇ ਮੁਲਕ ਦਾ ਕੋਈ ਵੀ ਇਨਸਾਨ ਲਾਲਚ ਵਿੱਚ ਆ ਜਾਂਦਾ ਹੈ, ਉਹ ਫਿਰ ਲਾਲਚ ਦੇ ਸੁਪਨੇ ਲੈਂਦਾ। ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ। ਹੇ ਲੋਭ, ਤੂੰ ਬੰਦੇ ਦੇ ਮਨ ਵਿੱਚ ਬੜੀਆਂ ਲਹਿਰਾਂ, ਬੜੀਆਂ ਤਰੰਗਾਂ ਉਠਾਉਂਦਾ ਹੈ ਵੀ ਹੁਣ ਮੈਂ ਲੱਖਾਂਪਤੀ ਬਣ ਜਾਵਾਂਗਾ, ਫਿਰ ਮੈਂ ਕਰੋੜਪਤੀ ਬਣਾਂਗਾ। ਜਦੋਂ ਕਰੋੜਾਂਪਤੀ ਬਣ ਜਾਂਦਾ ਕਹਿੰਦਾ ਹੁਣ ਮੈਂ ਅਰਬਾਂਪਤੀ ਬਣਾਂਗਾ। ਇਸ ਤਰ੍ਹਾਂ ਬੰਦੇ ਦੇ ਮਨ ਵਿੱਚ ਤਰੰਗਾਂ ਉੱਠਦੀਆਂ ਰਹਿੰਦੀਆਂ ਹਨ। ਕੌਣ ਕੌਣ ਸੀ ਚੀਜ਼ ਹੈ ਭਿੰਨ ਭਿੰਨ ਆਖ ਸੁਣਾਓ। ਮਾਲੀ ਸਿੰਘ ਉਹਨੂੰ ਫਿਰ ਸਵਾਦ ਲੈ ਕੇ, ਆਨੰਦ ਲੈ ਕੇ ਪੁੱਛਦਾ ਹੈ, ਦੱਸ ਬਈ ਹੋਰ ਕੀ ਹੈ ਤੇ। ਉਹਨੂੰ ਆਨੰਦ ਆ ਰਿਹਾ ਸੁਣ ਕੇ। ਜਦੋਂ ਉਹ ਦਿਲੇ ਰਾਮ ਦਾ ਪੁੱਤਰ ਦੱਸ ਰਿਹਾ ਹੈ ਤੇ ਮਾਲੀ ਸਿੰਘ ਉਹਨੂੰ ਪੁੱਛਦਾ ਹੈ, ਹੋਰ ਕਿਹੜੀ ਕਿਹੜੀ ਚੀਜ਼ ਹੈ, ਜਰਾ ਸੁਣਾ ਤਾਂ ਮੈਨੂੰ ਉਸ ਸੰਦੂਖੜੀ ਵਿੱਚ ਕੀ ਕੁਝ ਹੈ। ਚੌਪਈ ਸਭ ਉਨ ਕਹੀ ਸਭ ਕਹੀ ਨਾ ਜਾਵੇ। ਦਿਲੇ ਰਾਮ ਦਾ ਪੁੱਤਰ ਕਹਿਣ ਲੱਗਾ, ਸਰਦਾਰ ਜੀ ਸਾਰੀ ਚੀਜ਼ ਤਾਂ ਮੈਂ ਦੱਸ ਨਹੀਂ ਸਕਦਾ, ਮੈਨੂੰ ਯਾਦ ਨਹੀਂ। ਜੇ ਮੈਂ ਸਾਰਾ ਬਿਆਨ ਕਰਾਂ ਹੋ ਨਹੀਂ ਸਕਦਾ, ਬਹੁਤ ਜ਼ਿਆਦਾ ਮਹਿੰਗਾ ਸਮਾਨ ਹੈ। ਕਾਗਜ਼ ਕਿਤੇ ਸੁਮਾਰ ਨਾ ਆਵੇ। ਜੇ ਉਹ ਕਾਗਜ਼ਾਂ ਤੇ ਲਿਖਣ ਵੀ ਲੱਗੀਏ ਤਾਂ ਕਾਗਜ਼ਾਂ ਦੀ ਕਿਤਾਬ ਬਣ ਜਾਏਗੀ, ਇੰਨੇ ਜ਼ਿਆਦਾ ਉਹਦੇ 'ਚ ਗਹਿਣੇ ਹਨ। ਲਿਸਟ ਬਣਾਉਣ ਲੱਗਿਆ ਬੜੀ ਲੰਮੀ ਲਿਸਟ ਬਣੇਗੀ। 10-20 ਹੋਏ ਤੋ ਦੇਹੋ ਸੁਨਾਏ। ਹੇ ਸਰਦਾਰ ਮਾਲੀ ਸਿੰਘ ਜੀ, ਜੇ 10-20 ਹੋਣ ਤੇ ਮੈਂ ਗਿਣ ਕੇ ਦੱਸ ਦਿਆਂ। ਹੈ ਸੈਕਰ ਉਨ ਚੀਜ਼ਨ ਨਾਏ। ਉਹਨਾਂ ਚੀਜ਼ਾਂ ਦੇ ਨਾਮ ਸੈਂਕੜੇ ਹਨ, ਸੈਂਕੜੇ ਹੀਰੇ ਹਨ, ਮੋਤੀ ਹਨ, ਪੰਨੇ ਹਨ, ਔਰ ਸੈਂਕੜੇ ਹੀ ਹਾਰ ਬਣੇ ਹੋਏ ਹੀਰਿਆਂ ਦੇ। 9-9 ਲੱਖੇ ਹਾਰ ਹਨ ਉਹਦੇ ਵਿੱਚ। ਬਹੁਤ ਮਹਿੰਗਾ ਬੇਗਮ ਦਾ ਗਹਿਣਾ ਹੈ। ਹਿੰਦੁਸਤਾਨ ਦੀ ਬਾਦਸ਼ਾਹ ਦੀ ਬੇਗਮ ਦੇ ਗਹਿਣੇ ਹਨ, ਕੋਈ ਆਮ ਨਹੀਂ ਹਨ। ਦਿੱਲੀ ਤੋਂ ਮੇਰਾ ਪਿਓ ਲੈ ਆਇਆ ਸੀ ਪਹਿਲਾਂ ਲਾਹੌਰ, ਤੇ ਫਿਰ ਉਹ ਚਲੇ ਗਏ ਕਸੂਰ, ਅਸੀਂ ਲੈ ਆਏ। ਹੁਣ ਸਾਡੇ ਕੋਲ ਹਨ, ਅਸੀਂ ਸਰਦਾਰ ਜੀ ਤੁਹਾਨੂੰ ਹੀ ਦਿਆਂਗੇ। ਆਹੇ ਸਵਰਨ ਸਭ ਗਹਿਨਨ ਭਾਰੀ। ਔਰ ਗਹਿਣਿਆਂ ਵਿੱਚ ਸੋਨਾ ਵੀ ਬੜਾ ਲੱਗਾ ਹੋਇਆ। ਗਹਿਣੇ ਸੋਨੇ ਦੇ ਹਨ, ਵਿੱਚ ਹੀਰੇ ਮੋਤੀ ਜੜੇ ਹੋਏ ਹਨ। ਬਹੁਤ ਜੜਾਊ ਕਮ ਸਾਧੈ ਗਿਰੀ। ਔਰ ਉਹਦੇ ਵਿੱਚ ਜੜਾਊ ਜੜੇ ਹੋਏ ਨੇ, ਬੜੀ ਸਾਦਗੀ ਦੇ ਨਾਲ
ਉਹ ਜੜੇ ਹੋਏ ਨੇ। ਵਧੀਆ ਤੋਂ ਵਧੀਆ ਗਹਿਣੇ ਹਨ, ਵੰਨ ਸੁਵੰਨੇ ਹਨ, ਸਾਦੇ ਵੀ ਹਨ ਤੇ ਬਹੁਤ ਜ਼ਿਆਦਾ ਡਿਜ਼ਾਈਨਦਾਰ ਵੀ ਹਨ। ਕਈ ਜਵਾਹਰ ਗਲ ਕੇ ਨਿਆਰੇ, ਆ ਕਈ ਜਵਾਹਰਾਤ ਜਿਹੜੇ ਹਨ ਉਹ ਗਲ ਵਿੱਚ ਪਾਉਣ ਵਾਲੇ ਹਨ। ਜਿਵੇਂ ਹਾਰ ਜਾਂ ਚੈਨੀਆਂ ਹਨ, 9-9 ਲੱਖੇ ਹਾਰ ਹਨ। ਕਈਆਂ ਵਿੱਚ ਹੀਰੇ ਜੜੇ, ਕਈਆਂ 'ਚ ਨੀਲਮ ਜੜੇ ਹੋਏ ਹਨ। ਕਈ ਨੱਕ ਕਈ ਕਨਨ ਵਾਰੇ, ਕਈ ਬੇਗਮ ਦੇ ਨੱਕ ਵਿੱਚ ਪਾਉਣ ਵਾਲੇ ਕੋਕੇ ਜਾਂ ਨੱਥਾਂ ਹਨ ਤੇ ਕਈ ਕੰਨਾਂ 'ਚ ਪਾਉਣ ਵਾਲੀਆਂ ਵਾਲੀਆਂ ਕਾਂਟੇ ਹਨ। ਕਈ ਹੱਥਨ ਕਈ ਪੈਰ ਤਨ ਪਏ, ਕਈ ਹੱਥਾਂ ਦੇ ਵਿੱਚ ਪਾਉਣ ਵਾਲੇ ਗਜਰੇ ਕੜੇ ਕਈ ਕਿਸਮ ਦੇ ਹਨ, ਜਿਨ੍ਹਾਂ 'ਚ ਹੀਰੇ ਮੋਤੀ ਜਵਾਹਰਾਤ ਵੱਖੋ ਵੱਖ ਰੰਗ ਦੇ ਜੜੇ ਹੋਏ ਹਨ। ਪੈਰਾਂ 'ਚ ਪਾਉਣ ਵਾਲੀਆਂ ਝਾਂਜਰਾਂ ਤੇ ਵਿਛੂਏ ਬਹੁਤ ਅਜੀਬੋ ਗਰੀਬ ਹਨ। ਕਈ ਜੜਤੀ ਕਈ ਪਰੋਏ ਦਿਖਾਏ, ਕਈ ਜੜਤ ਵਿੱਚ ਜੜੇ ਹੋਏ ਨੇ, ਕਈ ਵਿੱਚੋਂ ਧਾਗਾ ਪਾ ਕੇ ਸੋਨੇ ਦਾ ਪਰੋਏ ਹੋਏ ਨੇ। ਕਈ ਅੰਗੂਠੀ ਮੁਰਟਨ ਕੇਰੀ, ਕਈ ਮੋਤੀਆਂ ਦੀਆਂ ਅੰਗੂਠੀਆਂ ਹਨ, ਹੀਰਿਆਂ ਦੀਆਂ ਛਾਪਾਂ ਹਨ। ਕਈ ਨੀਲਮ ਜੜੇ ਹੋਏ, ਕਈ ਪੁਖਰਾਜ ਜੜੇ ਹੋਏ, ਕੋਈ ਪੰਨੇ ਜੜੇ ਹੋਏ। ਵਧੀਆ ਵਧੀਆ ਕਿਸਮ ਦੇ ਸਰਦਾਰ ਜੀ ਗਹਿਣੇ ਹਨ, ਜਿਨ੍ਹਾਂ 'ਚ ਛਾਪਾਂ ਵੀ ਬੜੀਆਂ ਹਨ। ਬਾਜੂ ਬੰਦ ਔ ਜਿਗਾ ਕਨੇਰੀ, ਔਰ ਬਾਜੂ ਬੰਦ ਡੋਲਿਆਂ ਤੇ ਬੰਨਣ ਵਾਲੇ ਜਿਹੜੇ ਹੁੰਦੇ ਸੋਨੇ ਦੇ ਗਹਿਣੇ ਬੜੇ ਹਨ। ਅੰਗਦ ਵੀ ਕਹਿੰਦੇ ਉਹਨਾਂ ਨੂੰ, ਬਹੁਟੇ ਵੀ ਕਹਿੰਦੇ ਹਨ, ਬਾਜੂ ਬੰਦ ਵੀ ਕਹਿੰਦੇ ਹਨ। ਔਰ ਜਿਗਾ ਮੱਥੇ ਤੇ ਲਾਉਣ ਵਾਲੀਆਂ ਕਲਗੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਹਨ। ਸੁਰਾਹੀ ਪਿਆਲੇ ਉਸ ਕੈ ਮਦ, ਉਹਦੇ ਵਿੱਚ ਸ਼ਰਾਬ ਪੀਣ ਵਾਲੀਆਂ ਸੋਨੇ ਦੀਆਂ ਸੁਰਾਹੀਆਂ ਵੀ ਬੜੀਆਂ ਹਨ ਤੇ ਪਿਆਲਿਆਂ ਦਾ ਕੋਈ ਹਿਸਾਬ ਨਹੀਂ। ਸੋਨੇ ਦੇ, ਚਾਂਦੀ ਦੇ, ਹੋਰ ਕਈ ਕਿਸਮ ਦੇ ਮਹਿੰਗੇ ਤੋਂ ਮਹਿੰਗੇ ਪਿਆਲੇ ਵੀ ਹਨ। ਸਵਰਨ ਘੜੇ ਜਵਾਹਰ ਕਈ ਵੱਧ, ਔਰ ਸੋਨੇ ਦੇ ਕੱਪੜੇ, ਸੋਨੇ ਦੇ ਭਾਂਡੇ ਤੇ ਗਹਿਣਿਆਂ ਦੀ ਕਿਆ ਗਿਣਤੀ ਦਸੀਏ। ਕਹਾਂ ਲੱਗੇ ਤੋਹਿ ਆਖ ਸੁਣਾਉ, ਮਾਲੀ ਸਿੰਘ ਸਰਦਾਰ ਜੀ ਮੈਂ ਤੁਹਾਨੂੰ ਕਿੱਥੋਂ ਤੱਕ ਦੱਸਾਂ, ਕੋਈ ਅੰਤ ਨਹੀਂ ਹੈ। ਜਿਹੜੀ ਉਹ ਸੰਦੂਖੜੀ ਮੈਂ ਤੁਹਾਨੂੰ ਦੱਸ ਰਿਹਾ ਹਾਂ, ਉਹ ਕੱਲੀ ਜੇ ਤੁਸੀਂ ਲੈ ਗਏ ਤਾਂ ਮਾਲਾ ਮਾਲ ਹੋ ਜਾਓਗੇ, ਬਾਦਸ਼ਾਹ ਬਣ ਜਾਓਗੇ। ਤਬ ਪਤਾਇਓ ਜਬ ਅੱਖੀ ਦਿਖਾਉ, ਜਦੋਂ ਮੈਂ ਤੁਹਾਨੂੰ ਉਹ ਚੀਜ਼ ਅੱਖਾਂ ਨਾਲ ਦਿਖਾਵਾਂਗਾ ਤਾਂ ਤੁਹਾਨੂੰ ਪਤਿਆ ਆਵੇਗਾ, ਭਰੋਸਾ ਆਵੇਗਾ, ਵਿਸ਼ਵਾਸ ਆਵੇਗਾ। ਦੋਹਰਾ ਜਿਮ ਵਹਿ ਆਖੇ ਮਾਲ ਵੱਡ, ਤਿਮ ਵੱਡ ਲੋਭ ਸੰਤਾਏ। ਜਿਉਂ-ਜਿਉਂ ਦਿਲੇ ਰਾਮ ਦਾ ਪੁੱਤਰ ਲਿਸਟਾਂ ਬਾਰੇ ਦੱਸੀ ਜਾਂਦਾ, ਗਹਿਣਿਆਂ ਦੀਆਂ ਬਣਾ ਬਣਾ ਕੇ ਜਵਾਨੀ, ਮਾਲੀ ਸਿੰਘ ਦਾ ਲਾਲਚ ਤਿਉਂ-ਤਿਉਂ ਵਧੀ ਜਾਂਦਾ। ਉਹਨੂੰ ਇਹ ਬਣੀ ਜਾਂਦਾ ਵੀ ਬਸ ਇੰਨਾ ਮਾਇਆ, ਇੰਨਾ ਧਨ ਮੈਨੂੰ ਮਿਲ ਜਾਣਾ। ਉਹਦੇ ਤਾਂ ਸਮਝੋ ਦਿਲ ਦੇ ਵਿੱਚ ਲੋਭ ਲਹਿਰ ਦੀ ਬੜੀ ਵੱਡੀ ਕਾਂਗ ਆ ਗਈ ਹੈ। ਲੋਭ ਲਹਿਰਾਂ ਮਾਰ ਕੇ ਉੱਠਿਆ ਹੈ। ਹਾਂਜੀ, ਲੋਭ ਲੱਗੈ ਜਬ ਪੁਰਸ ਕੋ, ਪਾਪੋ ਸੋ ਨਾ ਡਰਾਏ। ਭਾਈ ਰਤਨ ਸਿੰਘ ਜੀ ਕਹਿੰਦੇ ਕੋਈ ਵੀ ਇਨਸਾਨ, ਭਾਵੇਂ ਉਹ ਹਿੰਦੂ, ਸਿੱਖ, ਮੁਸਲਮਾਨ ਕੋਈ ਹੋਵੇ, ਜਿਹਦੇ ਮਨ 'ਚ ਲਾਲਚ ਆ ਗਿਆ, ਉਹ ਪਾਪ ਕਰਨ ਤੋਂ ਡਰਦਾ ਨਹੀਂ। ਲਾਲਚ ਸਾਰੇ ਪਾਪ ਕਰਾਉਂਦਾ ਹੈ। ਲਾਲਚ ਵਿੱਚ ਬੰਦਾ ਉਹ ਕੰਮ ਵੀ ਕਰ ਦਿੰਦਾ ਹੈ ਜਿਹੜੇ ਉਹਦੇ ਧਰਮ ਦੇ ਉਲਟ ਹੁੰਦੇ ਹਨ। ਸੁਨੀ ਜਬ ਵਸਤ ਸੰਦੂਕੜੀ, ਮਾਲੀ ਸਿੰਘ ਤਰਖਾਣ। ਜਦੋਂ ਮਾਲੀ ਸਿੰਘ ਰਾਮਗੜੀਏ ਨੇ ਸੰਦੂਖੜੀ ਬਾਰੇ ਸੁਣਿਆ, ਹੈਰਤ ਗਈ ਸੋ ਗਮ, ਉਸ ਬਦਲਤ ਭਇਓ ਇਮਾਨ। ਉਹਦਾ ਈਮਾਨ ਬਦਲ ਗਿਆ, ਉਹਦੀ ਹੈਰਾਨੀ ਵੱਧ ਗਈ, ਉਹਨੂੰ ਲਾਲਚ ਆ ਗਿਆ। ਉਹਨੇ ਉਸੇ ਵੇਲੇ ਉਹ ਖਜ਼ਾਨਾ ਸਾਂਭਣ ਦੀ ਕੋਸ਼ਿਸ਼ ਕੀਤੀ ਵੀ ਹੁਣੇ ਹੀ ਮਿਲ ਜਾਵੇ। ਜਦੋਂ ਕਿਸੇ ਨੂੰ ਲਾਲਚ ਆ ਜਾਂਦਾ ਨਾ, ਉਹ ਫਿਰ ਉਡੀਕ ਨਹੀਂ ਕਰਦਾ। ਵੈਸੇ ਤਾਂ ਸਾਧ ਸੰਗਤ ਜੀ ਜਿੰਨੇ ਵੀ ਆਪਾਂ ਦੁਨੀਆ ਤੇ ਆਏ ਹਾਂ, ਰੱਬ ਨੇ ਸਾਡੇ ਮੱਥੇ ਤੇ ਲਿਖਿਆ ਹੋਇਆ ਇੰਨਾ ਕੁਝ ਨੂੰ ਮਿਲਣਾ ਹੈ। ਹਰ ਇੱਕ ਨੂੰ ਇੰਨਾ ਮਿਲਣਾ, ਬਸ ਉਹ ਲਿਖਿਆ ਹੋਇਆ। ਉਹਦਾ ਟਾਈਮ ਵੀ ਲਿਖਿਆ ਜਦੋਂ ਕੋਈ ਚੀਜ਼ ਮਿਲਣੀ ਹੈ। ਕੋਈ ਚੀਜ਼ ਅੱਜ ਮਿਲਣੀ ਹੈ, ਕੋਈ ਕੱਲ੍ਹ ਮਿਲਣੀ ਹੈ, ਕੋਈ ਪਰਸੋਂ ਮਿਲਣੀ ਹੈ। ਸੁੱਖ ਵੀ ਮਿਲਣਾ, ਦੁੱਖ ਵੀ ਮਿਲਣਾ, ਉਹ ਸਾਨੂੰ ਟਾਈਮ ਦੇ ਨਾਲ ਮਿਲਦੇ ਰਹਿਣਾ। ਪਰ ਬੰਦਾ ਇਸ ਗੱਲ ਨੂੰ ਚੇਤੇ ਨਹੀਂ ਰੱਖਦਾ। ਉਹ ਕਹਿੰਦਾ ਜਿੰਨੇ ਵੀ ਸੁੱਖ ਨੇ, ਜਿੰਨੀ ਪ੍ਰੋਪਰਟੀ ਹੈ, ਜਿੰਨਾ ਪੈਸਾ ਅੱਜ ਹੀ ਜਮ੍ਹਾਂ ਕਰ ਲਵਾਂ, ਮੇਰੇ ਕੋਲ ਅੱਜ ਹੀ ਹੋ ਜਾਵੇ, ਕੱਲ੍ਹ ਪਤਾ ਨਹੀਂ। ਇੱਕ ਮਹਾਤਮਾ ਮਹਾਂਪੁਰਸ਼ ਸਾਧੂ, ਉਹਨਾਂ ਦੇ ਕੋਲ ਇੱਕ ਤ੍ਰਿਸ਼ਨਾਲੂ ਪੁਰਸ਼, ਲਾਲਚੀ ਪੁਰਸ਼ ਗਿਆ ਸੀ।
ਮੱਥਾ ਟੇਕ ਕੇ 2-4 ਦਿਨ ਸੰਤਾਂ ਦੀ ਸੇਵਾ ਕੀਤੀ। ਸੰਤ ਖੁਸ਼ ਹੋ ਕੇ ਕਹਿੰਦੇ ਭਾਈ ਸੇਵਾ ਤੂੰ ਬੜੀ ਕੀਤੀ, ਮੰਗ ਤੈਨੂੰ ਕੀ ਦਈਏ? ਕਹਿਣ ਲੱਗਾ ਮਹਾਰਾਜ ਕੋਈ ਮਾਇਆ ਦਾ ਗੱਫਾ ਖੁੱਲ੍ਹਾ ਦਿਓ। ਉਹ ਵਿਚਾਰਾ ਦੁਨਿਆਵੀ ਬੰਦਾ ਸੀ, ਜੇ ਸੰਤਾਂ ਕੋਲੋਂ ਮੁਕਤੀ ਮੰਗਦਾ ਤੇ ਮੁਕਤੀ ਵੀ ਮਿਲ ਜਾਣੀ ਸੀ, ਪਰ ਮੁਕਤੀ ਤਾਂ ਉਹਨੂੰ ਪਤਾ ਹੀ ਨਹੀਂ ਕੀ ਹੁੰਦੀ ਹੈ, ਤੇ ਭੁਗਤੀ ਦਾ ਹੀ ਸ਼ਿਕਾਰੀ ਸੀ ਮਾਇਆ ਦਾ। ਕਹਿਣ ਲੱਗਾ ਮਹਾਰਾਜ ਗੱਫਾ ਮਾਇਆ ਦਾ ਖੁੱਲ੍ਹਾ ਦਿਓ ਕੋਈ। ਸੰਤ ਕਹਿੰਦੇ ਚੰਗਾ ਭਾਈ। 4 ਮੋਮਬੱਤੀਆਂ ਦੇ ਦਿੱਤੀਆਂ। ਕਹਿਣ ਲੱਗੇ ਜਦੋਂ ਤੈਨੂੰ ਕਿਤੇ ਪੈਸੇ ਦੀ ਲੋੜ ਪੈ ਜੇ ਨਾ, ਇੱਕ ਮੋਮਬੱਤੀ ਜਗਾ ਕੇ ਪੂਰਬ ਵਾਲੇ ਪਾਸੇ ਤੁਰ ਪਵੀਂ। ਰਾਤ ਨੂੰ ਜਿੱਥੇ ਤੱਕ ਜਾ ਕੇ ਮੋਮਬੱਤੀ ਬੁੱਝ ਜਾਵੇ ਉੱਥੋਂ ਪੁੱਟੀ, ਤੈਨੂੰ ਪੈਸੇ ਮਿਲ ਜਾਣਗੇ। ਦੂਜੀ ਮੋਮਬੱਤੀ ਜਦੋਂ ਕਿਤੇ ਐਮਰਜੈਂਸੀ ਫੇਰ ਪੈ ਜਾਵੇ ਜੀਵਨ ਦੇ ਵਿੱਚ, ਉਦੋਂ ਤੋਂ ਦੂਸਰੀ ਮੋਮਬੱਤੀ ਜਗਾ ਕੇ ਪੱਛਮ ਵਾਲੇ ਪਾਸੇ ਤੁਰ ਪਵੀਂ। ਜਦੋਂ ਮੋਮਬੱਤੀ ਬੁੱਝ ਜਾਵੇ ਉੱਥੋਂ ਪੱਟ ਲਈ, ਉੱਥੋਂ ਵੀ ਤੈਨੂੰ ਬਹੁਤ ਪੈਸਾ ਮਿਲ ਜਾਏਗਾ, ਕੰਮ ਚੱਲ ਜਾਏਗਾ ਤੇਰਾ। ਕਿਉਂਕਿ ਪੈਸਾ ਤਾਂ ਕੰਮ ਚਲਾਉਣ ਲਈ ਹੁੰਦਾ, ਜੋੜਨ ਲਈ ਨਹੀਂ ਹੁੰਦਾ। ਪਰ ਉਹ ਹਰ ਗੱਲ ਬੰਦਾ ਸਮਝ ਨਹੀਂ ਸਕਦਾ। ਆਖੋ ਸ੍ਰੀ ਵਾਹਿਗੁਰੂ। ਕਹਿਣ ਲੱਗੇ ਫਿਰ ਕਦੀ ਜ਼ਿੰਦਗੀ 'ਚ ਲੋੜ ਪੈ ਜਾਏ, ਤੀਸਰੀ ਬੱਤੀ ਜਗਾ ਕੇ ਉੱਤਰ ਦਿਸ਼ਾ ਨੂੰ ਪਹਾੜ ਬੰਨੇ ਤੁਰ ਪਈ। ਜਦੋਂ ਮੋਮਬੱਤੀ ਬੁਝੇ ਤੇ ਉੱਥੇ ਪੱਟ ਲਈ, ਪੈਸਾ ਬਹੁਤ ਮਿਲ ਜਾਏਗਾ, ਫਿਰ ਵੀ ਤੇਰਾ ਕੰਮ ਚੱਲ ਜਾਏਗਾ। ਪਰ ਇੱਕ ਗੱਲ ਯਾਦ ਰੱਖੀ, ਚੌਥੀ ਬੱਤੀ ਭੁੱਲ ਕੇ ਕਦੀ ਵੀ ਨਾ ਜਗਾਈ। ਚੌਥੀ ਮੋਮਬੱਤੀ ਜਿਹੜੀ ਹੈ ਨਾ, ਭਾਵੇਂ ਕਿੰਨੀ ਐਮਰਜੈਂਸੀ ਆ ਜਾਏ, ਕਿੰਨੀ ਮੁਸੀਬਤ ਆ ਜਾਏ, ਕੁਛ ਵੀ ਹੋ ਜਾਏ, ਚੌਥੀ ਨਹੀਂ ਬਾਲਣੀ। ਇਹ ਗੱਲ ਪੱਕੀ ਯਾਦ ਰੱਖੀ। ਤਿੰਨਾਂ ਨਾਲ ਆਪਣਾ ਕੰਮ ਚਲਾ ਲਈ। ਉਹ ਬੰਦਾ ਮੋਮਬੱਤੀਆਂ ਲੈ ਕੇ ਘਰ ਆ ਗਿਆ। ਸਾਰਾ ਦਿਨ ਸੋਚੀ ਜਾਵੇ, ਕਹਿੰਦਾ ਪਤਾ ਤੇ ਕਰੀਏ ਵੀ ਮੋਮਬੱਤੀਆਂ ਨਾਲ ਕੋਈ ਹੈ ਵੀ ਹੈ ਕਿ ਐਵੇਂ ਮੈਂ 4-5 ਦਿਨ ਸੇਵਾ ਕੀਤੀ, ਬਾਬੇ ਨੇ ਕਹਿ ਦਿੱਤਾ। ਪਤਾ ਕਰਨਾ ਚਾਹੀਦਾ। ਨਾਲੇ ਜਿਹੜੀ ਚੀਜ਼ ਹੱਥ ਆ ਜਾਵੇ ਉਹ ਚੰਗੀ ਹੁੰਦੀ ਹੈ। ਪਹਿਲੀ ਰਾਤ ਹੀ ਮੋਮਬੱਤੀ ਬਾਲ ਕੇ ਪੂਰਬ ਨੂੰ ਤੁਰ ਪਿਆ। ਜਿੱਥੇ ਜਾ ਕੇ ਮੋਮਬੱਤੀ ਬੁਝੀ ਉੱਥੋਂ ਪੁੱਟਿਆ, ਪੈਸੇ ਨਿਕਲੇ ਬਹੁਤ ਸਾਰੇ ਥੱਲੇ ਜ਼ਮੀਨ ਦੇ, ਬਹੁਤ ਪੈਸਾ। ਛੋਟੇ ਪੈਸੇ ਜਿਹਨੂੰ ਆਪਾਂ ਕਹਿੰਦੇ ਹਾਂ, ਪੈਨੀਆਂ ਕਹਿੰਦੇ ਹਾਂ, ਬਹੁਤ ਨਿਕਲੀ। ਕਹਿੰਦਾ ਬਹੁਤ ਖਜ਼ਾਨਾ ਇਹ ਵੀ, ਪਰ ਇੱਥੋਂ ਮੈਂ ਹੁਣ ਘਰ ਕਿਵੇਂ ਚੁੱਕ ਕੇ ਲੈ ਜਾਵਾਂ? ਇੱਥੇ ਹੀ ਪਿਆ ਰਹਿਣ ਦਿੰਦੇ। ਘਰ ਚੋਰਾਂ ਦਾ ਵੀ ਡਰ। ਹੁਣ ਇਹ ਹੋਰ ਤਾਂ ਕਿਸੇ ਨੂੰ ਪਤਾ ਨਹੀਂ, ਮੈਨੂੰ ਹੀ ਪਤਾ। ਜਦੋਂ ਮੈਨੂੰ ਲੋੜ ਹੋਏਗੀ ਮੈਂ ਚੁੱਕ ਲਾਂਗਾ। ਉੱਤੇ ਮਿੱਟੀ ਪਾ ਕੇ ਉਹਨੂੰ ਫਿਰ ਦੱਬ ਦਿੱਤਾ। ਘਰ ਆ ਗਿਆ, ਰਾਤ ਲੰਘੀ, ਦਿਨ ਫਿਰ ਸੋਚਦਾ, ਕਹਿੰਦਾ ਦੂਜੀ ਮੋਮਬੱਤੀ ਵੀ ਅੱਜ ਰਾਤੀ ਬਾਲ ਲਈਏ ਤੇ ਠੀਕ ਹੈ। ਸੰਤਾਂ ਨੇ ਤਾਂ ਆਖਿਆ ਸੀ ਜਦੋਂ ਲੋੜ ਪਏਗੀ, ਪਰ ਉਹਨੂੰ ਲੋੜ ਦਾ ਤਾਂ ਇਸੀ ਲਾਲਚ ਸੀ, ਉਹਦਾ ਲੋੜ ਤਾਂ ਉਹਦੀ ਲਾਲਚ ਹੀ ਸੀ। ਦੂਜੀ ਰਾਤ ਫਿਰ ਤੁਰ ਪਿਆ। ਦੂਜੀ ਰਾਤ ਜਦੋਂ ਮੋਮਬੱਤੀ ਜਿੱਥੇ ਜਾ ਕੇ ਬੁਝੀ ਉੱਥੇ ਪੁੱਟਿਆ, ਥੱਲੇ ਰੁਪਈਏ ਨਿਕਲੇ, ਚਾਂਦੀ ਦੇ ਰੁਪਈਏ ਨਿਕਲੇ। ਕਹਿੰਦਾ ਪਹਿਲੇ ਦਿਨ ਪੈਸੇ ਨਿਕਲੇ ਸੀ, ਦੂਜੇ ਦਿਨ ਕਹਿੰਦਾ ਰੁਪਈਏ ਨਿਕਲੇ। ਆਪਾਂ ਤਾਂ ਮਾਲਾ ਮਾਲ, ਪਰ ਇੰਨੇ ਪੈਸੇ ਹੁਣ ਕਿੱਥੇ, ਰੁਪਈਏ ਕਿੱਥੇ ਲੈ ਕੇ ਜਾਵਾਂ ਘਰ? ਇਹ ਵੀ ਆਪਣੇ ਹੀ ਨੇ, ਜਦੋਂ ਮਰਜ਼ੀ ਕੱਟ ਲਾਂਗਾ। ਫਿਰ ਉਹਦੇ ਤੇ ਮਿੱਟੀ ਪਾ ਕੇ ਉਹਨੂੰ ਫਿਰ ਦੱਬ ਕੇ ਘਰ ਆ ਗਿਆ। ਰਾਤ ਕੱਟੀ, ਦਿਨੇ ਫਿਰ ਸੋਚਣ ਲੱਗ ਪਿਆ। ਤੀਸਰੀ ਰਾਤ ਨੂੰ ਤੀਸਰੀ ਮੋਮਬੱਤੀ ਵੀ ਬਾਲ ਕੇ ਤੁਰ ਪਿਆ। ਛੇਤੀ ਛੇਤੀ ਕੰਮ ਨਿਬੇੜਦਾ ਸੀ, ਲਾਲਚੀ ਸੀ। ਦੇਖਾਂ ਤੇ ਸਹੀ ਕਿੰਨਾ ਕੁ ਹੈ। ਜਦੋਂ ਤੀਸਰੀ ਬੱਤੀ ਬੁਝ ਗਈ ਤੇ ਉੱਥੇ ਜਾ ਕੇ ਪੱਟਿਆ, ਥੱਲਿਓਂ ਸੋਨੇ ਦੀਆਂ ਮੋਹਰਾਂ ਨਿਕਲੀਆਂ, ਬਹੁਤ ਮਾਲ। ਇਹ ਤਾਂ ਰਾਜਿਆਂ ਮਹਾਰਾਜਿਆਂ ਦਾ ਖਜ਼ਾਨਾ ਲੱਭ ਗਿਆ। ਪਹਿਲੇ ਦਿਨ ਪੈਸੇ ਲੱਭੇ, ਦੂਜੇ ਦਿਨ ਰੁਪਈਏ ਚਾਂਦੀ ਦੇ, ਅੱਜ ਤਾਂ ਸੋਨੇ ਦੀਆਂ ਮੋਹਰਾਂ ਮਿਲ ਗਈਆਂ। ਬੜਾ ਖੁਸ਼ ਹੋਇਆ, ਸੌਂ ਗਿਆ, ਪਰ ਨੀਂਦ ਨਾ ਆਵੇ। ਕਹਿੰਦਾ ਸੰਤਾਂ ਨੇ ਕਿਹਾ ਸੀ ਚੌਥੀ ਮੋਮਬੱਤੀ ਬਾਲਣੀ ਨਹੀਂ, ਕੋਈ ਗੜਬੜ ਹੈ। ਚੌਥੀ ਮੋਮਬੱਤੀ ਹੋ ਸਕਦਾ ਹੀਰੇ ਮੋਤੀ ਪਏ ਹੋਣ, ਹੀਰੇ ਜਵਾਹਰਾਤ ਪਏ ਹੋਣ, ਤੇ ਸੰਤਾਂ ਨੇ ਆਪਣੇ ਲਾਲਚ ਨੂੰ
ਰੱਖੇ ਹੋਣ, ਮੈਨੂੰ ਨਹੀਂ ਦੇਣਾ ਚਾਹੁੰਦੇ, ਤੇ ਆਪਾਂ ਕਾਹਨੂੰ ਹੁਣ ਸੰਤਾਂ ਕੋਲ ਰਹਿਣ ਦੇਣੇ, ਕਹਿੰਦਾ। ਤੇ ਚੌਥੀ ਰਾਤ ਨੂੰ ਦੱਖਣ ਦਿਸ਼ਾ ਨੂੰ ਪਾਲ ਕੇ ਮੋਮਬੱਤੀ ਤੁਰ ਪਿਆ। ਜਦੋਂ ਮੋਮਬੱਤੀ ਬੁਝ ਗਈ, ਉੱਥੋਂ ਪੁੱਟਣਾ ਸ਼ੁਰੂ ਕੀਤਾ। ਪੁੱਟਦਿਆਂ 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 ਥੱਲਿਓਂ ਪੌੜੀਆਂ ਨਿਕਲ ਆਈਆਂ। ਪੌੜੀਆਂ ਪੱਟ ਕੇ ਸਾਫ਼ ਕੀਤੀਆਂ, ਥੱਲੇ ਗਿਆ ਤੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਕਮਰਾ, ਤੇ ਕਮਰੇ ਦੇ ਅੰਦਰ ਇੱਕ ਹੋਰ ਕਮਰਾ। ਉਹਨੇ ਆਖਿਆ ਇਹ ਤਾਂ ਕੋਈ ਬਹੁਤ ਮੋਟਾ ਖਜ਼ਾਨਾ ਹੋਣਾ ਚਾਹੀਦਾ ਇੱਥੇ। ਉਸ ਕਮਰੇ 'ਚ ਇੱਕ ਬੰਦਾ ਚੱਕੀ ਪੀਛੇ ਬੈਠਾ ਹੋਇਆ। ਉਹਨੇ ਇਸ਼ਾਰਾ ਕੀਤਾ ਵੀ ਮੇਰੇ ਕੋਲ ਆ। ਇਹਨੇ ਸੋਚਿਆ ਵੀ ਇਹ ਬੰਦਾ ਮੈਨੂੰ ਚੱਕੀ ਤੇ ਬਹਾ ਕੇ ਅੰਦਰ ਜਾਏਗਾ ਤੇ ਅੰਦਰੋਂ ਕੋਈ ਹੋਰ ਹੀਰੇ ਮੋਤੀ ਲੱਭ ਕੇ ਦਵੇਗਾ, ਇਹ ਸੰਤਾਂ ਦਾ ਕੋਈ ਬੰਦਾ ਹੋਣਾ। ਉਹਨੇ ਇਸ਼ਾਰਾ ਕੀਤਾ ਵੀ ਇੱਥੇ ਬਹਿ ਜਾ, ਚੱਕੀ ਫੜ ਲੈ। ਇਹਨੇ ਜਾ ਕੇ ਚੱਕੀ ਫੜ ਲਈ। ਜਿਹੜਾ ਪਹਿਲਾਂ ਚੱਕੀ ਪੀਸ ਰਿਹਾ ਸੀ ਉੱਠ ਕੇ ਖੜਾ ਹੋ ਗਿਆ। ਕਹਿੰਦਾ ਚੰਗਾ ਭਾਈ ਸਾਹਿਬ, ਸਤਿ ਸ੍ਰੀ ਅਕਾਲ। ਪਹਿਲਾਂ ਮੈਨੂੰ ਵੀ ਸੰਤਾਂ ਨੇ ਕਹਿੰਦਾ 4 ਮੋਮਬੱਤੀਆਂ ਦਿੱਤੀਆਂ ਸੀ, ਤੇ ਮੈਂ ਵੀ ਤੇਰੇ ਤਰ੍ਹਾਂ ਬੇਸਬਰੀ ਨਾਲ ਹੀ ਬਾਲ ਲਈਆਂ ਸੀਗੀਆਂ। ਸੰਤਾਂ ਨੇ ਕਿਹਾ ਸੀ ਚੌਥੀ ਨਾ ਬਾਲੀ, ਪਰ ਮੈਂ ਚੌਥੀ ਬਾਲ ਕੇ ਇੱਥੇ ਆਇਆ ਸੀ, ਤੇ ਮੇਰੇ ਤੋਂ ਪਹਿਲਾਂ ਇੱਥੇ ਕੋਈ ਹੋਰ ਬੈਠਾ ਸੀ ਚੱਕੀ ਪੀਸਣ ਵਾਲਾ। ਕਹਿੰਦਾ ਮਾਇਆ ਦੇ ਉੱਤੇ ਲਾਲਚੀ ਬੰਦੇ ਬੈਠੇ ਹੀ, ਅੱਜ ਦੀ ਥੋੜ੍ਹਾ ਮਾਇਆ ਦੇ ਉੱਤੇ ਤਾਂ ਜਦੋਂ ਇਹ ਸੋਨਾ ਚਾਂਦੀ ਅੱਜ ਸਾਡੇ ਕੋਲ ਹੈ, ਕੱਲ੍ਹ ਕਿਸੇ ਕੋਲ ਸੀ, ਪਰਸੋਂ ਕਿਸੇ ਕੋਲ ਸੀ, ਜ਼ਮੀਨ ਜਾਇਦਾਦ ਇਹ ਕਿਸੇ ਦੇ ਨਾਲ ਤਾਂ ਗਈ ਨਹੀਂ। ਉਹ ਕਹਿੰਦਾ ਪਹਿਲਾਂ ਕੋਈ ਹੋਰ ਬੈਠਾ ਸੀ, ਉਹਨੇ ਮੈਨੂੰ ਇਸ਼ਾਰਾ ਕੀਤਾ ਇੱਥੇ ਬਹਿ ਜਾ, ਮੈਂ ਬਹਿ ਗਿਆ। ਮੈਂ ਕਈ ਸਾਲ ਚੱਕੀ ਪੀਸੀ ਹੈ, ਹੁਣ ਸੱਜਣਾ ਮੈਂ ਚੱਲਿਆ, ਤੂੰ ਪੀਸੀ ਜਾ। ਤੇ ਸੰਤਾਂ ਨੂੰ ਕੋਈ ਹੋਰ ਤੇਰੇ ਵਰਗਾ ਜਾ ਕੇ ਟੱਕਰੇਗਾ, ਉਹਨੂੰ ਮੋਮਬੱਤੀਆਂ ਦੇਣਗੇ, ਉਹ ਵੀ ਆਏਗਾ ਤੇ ਤੇਰੀ ਜਾਨ ਛੁੱਟੇਗੀ, ਚੱਲ। ਇਹ ਸਾਧ ਸੰਗਤ ਜੀ, ਇਹ ਸਾਖੀ 'ਚ ਇਸ ਕਹਾਣੀ ਵਿੱਚ ਸਾਡੀ ਦਸ਼ਾ ਦੱਸੀ ਹੋਈ ਹੈ ਵੀ ਅਸੀਂ ਲੋਕ ਜਿਹੜੇ ਹਾਂ ਪੈਸੇ ਪਿੱਛੇ, ਧਨ ਪਿੱਛੇ, ਪਦਾਰਥਾਂ ਪਿੱਛੇ ਕਿੰਨੇ ਜ਼ਿਆਦਾ ਭੱਜ ਕੇ ਸਾਰਾ ਕੁਝ ਆਪਣਾ ਸੁੱਖ ਆਰਾਮ ਵੀ ਖਤਮ ਕਰ ਲੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਕਹਿੰਦੇ, ਹੇ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਲੋਲ। ਉਹ ਦਿਲੇ ਰਾਮ ਦਾ ਪੁੱਤਰ ਹੀਰਿਆਂ ਮੋਤੀਆਂ ਬਾਰੇ ਦੱਸੀ ਜਾਂਦਾ ਤੇ ਮਾਲੀ ਸਿੰਘ ਦੇ ਮੂੰਹ 'ਚ ਪਾਣੀ ਆਈ ਜਾਂਦਾ। ਹਾਂਜੀ। ਚੌਪਈ ਮਾਲੀ ਸਿੰਘ ਕੋ ਜਬ ਕੰਨ ਪਰੀ। ਜਦੋਂ ਮਾਲੀ ਸਿੰਘ ਨੂੰ ਇਹ ਗੱਲ ਪੱਕਾ ਪਤਾ ਲੱਗ ਗਈ, ਕੰਨੇ ਪੈ ਗਈ ਬਲੇਲ, ਬਾਈ ਬਹੁਤ ਖਜ਼ਾਨਾ, ਤਗੜਾ ਖਜ਼ਾਨਾ ਇਸੇ ਹਵੇਲੀ ਦੀ ਪੌੜੀ ਦੇ ਥੱਲੇ ਕੋਠੜੀ 'ਚ ਪਿਆ ਹੈ। ਲੋਭ ਲਹਿਰ ਨਾਗਨ ਜਿਮ ਲਰੀ। ਉਸੇ ਵੇਲੇ ਲੋਭ ਦੀ ਲਹਿਰ ਨੇ ਡੰਗ ਮਾਰਿਆ ਨਾਗਣ ਦੀ ਤਰ੍ਹਾਂ, ਜਿਵੇਂ ਸੱਪਣੀ ਡੰਗ ਮਾਰਦੀ ਹੈ ਨਾ, ਉਹਦਾ ਜ਼ਹਿਰ ਚੜ੍ਹਦਾ, ਏਦਾਂ ਲਾਲਚ ਦਾ ਜ਼ਹਿਰ ਮਾਲੀ ਸਿੰਘ ਨੂੰ ਚੜ੍ਹਨ ਲੱਗਾ। ਸਰੌਨ ਪੌਰ ਚੜ੍ਹ ਗਈ ਸੋ ਜ਼ਹਿਰ। ਕੰਨਾਂ ਦੇ ਦਰਵਾਜ਼ੇ ਖੁੱਲ੍ਹ ਗਏ, ਕੰਨਾਂ ਦੇ ਦਰਵਾਜ਼ਿਆਂ ਥਾਣੀ ਜ਼ਹਿਰ ਅੰਦਰ ਵੜ ਗਈ, ਕਿਉਂਕਿ ਜੋ ਕੰਨਾਂ 'ਚੋਂ ਗੱਲ ਬੰਦਾ ਸੁਣਦਾ ਉਹਦਾ ਹੀ ਉਹਦੇ ਦਿਮਾਗ ਵਿੱਚ ਫਿਰ ਘੁੰਮਦੀ ਹੈ। ਦਿਲੇ ਰਾਮ ਦੇ ਪੁੱਤਰ ਨੇ ਦੱਸਿਆ, ਮਾਲੀ ਸਿੰਘ ਦੇ ਕੰਨਾਂ 'ਚ ਆਵਾਜ਼ ਪਈ, ਮਾਨੋ ਉਹ ਆਵਾਜ਼ ਨਹੀਂ, ਲਾਲਚ ਦੀ ਜ਼ਹਿਰ ਚੜ੍ਹਨ ਲੱਗੀ। ਬੈਨ ਵੱਡ ਗਾਰੂਰ ਮਿਟੈ ਕਿਮ ਲਹਿਰ। ਹੁਣ ਉਹ ਲਹਿਰ ਕਿਵੇਂ ਮਿਟਣ ਵਾਲੀ ਸੀ? ਭਾਵ ਜਿੰਨਾ ਚਿਰ ਉਹ ਧਨ ਪਦਾਰਥ ਹੱਥ ਨਹੀਂ ਆਉਂਦਾ ਉਹਨਾਂ ਚਿਰ ਤਾਂ ਉਹਨੂੰ ਲੌਂਤਾ ਲੱਗੀ ਰਹਿਣੀ ਸੀ, ਹਾਏ ਕਦੋਂ ਮਿਲੇਗਾ, ਕਦੋਂ ਚੱਕਾਂਗੇ, ਕਦੋਂ ਦੇਖਾਂਗੇ। ਔਰ ਇਹ ਵੀ ਧਨ ਦਾ ਸੁਭਾਅ ਹੈ, ਜਦੋਂ ਧਨ ਪਦਾਰਥ ਕੋਲ ਆ ਜਾਂਦਾ ਬੰਦਾ ਦੇਖ ਕੇ ਉਹਨੂੰ ਅੰਦਰ ਰੱਖ ਲੈਂਦਾ, ਬਸ ਫਿਰ ਹੋਰ ਪਾਸੇ ਦੌੜਨ ਲੱਗ ਜਾਂਦਾ। ਉਤ ਤੱਕ ਹੈ ਉਤ ਤੇ ਉਤ ਪੇਖੈ ਆਵੇ ਲੋਭੀ ਫੇਰ। ਹਾਂਜੀ। ਚਿਤ ਮੈਂ ਚਿਤਵੈ ਹੋਵੈ ਸਵਾਈ। ਮਨ ਵਿੱਚ ਸੋਚਦਾ ਕਿ ਜਿੰਨੀ ਉਹਨੇ ਦੱਸੀ ਹੈ ਰੱਬ ਕਰੇ ਉਹਦੇ ਨਾਲੋਂ ਸਵਾਈ ਹੋਵੇ, ਕਹਿੰਦਾ ਘੱਟ ਨਾ ਹੋਵੇ। ਦੇਖੋ ਪਹਿਲਾਂ ਤਾਂ ਪਤਾ ਨਹੀਂ ਸੀ, ਕੋਈ ਪਤਾ ਚੇਤਾ ਵੀ ਨਹੀਂ ਸੀ। ਜਦੋਂ ਹੁਣ ਪਤਾ ਲੱਗ ਗਿਆ ਵੀ ਇੰਨਾ ਕੁਝ ਦੱਸਿਆ ਉਹਨੇ, ਕਹਿੰਦਾ ਰੱਬ ਕਰੇ ਸਵਾਈ ਹੋਵੇ, ਉਹਦੇ ਨਾਲ ਹੋਰ ਜ਼ਿਆਦਾ ਹੋਵੇ। ਸਗਵਾ ਇਹ ਬਹੁ ਵਿਦ ਬਦਤੀ ਆਈ। ਹਾਂ, ਕਹਿੰਦੇ ਇਹ ਤਾਂ ਪ੍ਰਮਾਤਮਾ ਨੇ ਸਾਡੀ ਸੁਣ ਲਈ। ਦਿਲੇ ਰਾਮ ਮੈਨੂੰ ਮਿਲ ਗਿਆ, ਦਾ ਮੁੰਡਾ ਮਿਲ ਗਿਆ, ਹੁਣ ਮੈਂ ਛੱਡਦਾ ਨਹੀਂ, ਕਹਿੰਦਾ ਪੈਸੇ ਕੱਢਾਂਗਾ ਉੱਥੋਂ। ਸੁਨਤ ਜਵਾਹਰ ਫਿਟ ਗਈ ਨੀਤ। ਜਦੋਂ ਸੁਣਿਆ ਵੀ ਜਵਾਹਰਾਤ ਹੀਰੇ ਮੋਤੀ ਬੇਗਮ ਦੇ ਹਨ, ਬਾਦਸ਼ਾਹ ਦੀ ਬੇਗਮ ਨੇ, ਬਹੁਤ ਮਹਿੰਗਾ ਸਮਾਨ ਹੈ, ਨੀਤ ਫਿੱਟ ਗਈ। ਕਹਿੰਦੇ ਉਸ ਵੇਲੇ ਦਿਲ ਬੇਈਮਾਨ ਹੋ ਗਿਆ। ਟੁੱਟ ਗਈ ਧਰਮ ਕਰਮ ਕੀ ਪ੍ਰੀਤ। ਧਰਮ ਕਰਮ ਵਾਲੀ ਪ੍ਰੀਤ ਵੀ ਟੁੱਟ ਗਈ। ਵਿਸ਼ਵਾਸ ਜਿਹੜਾ ਸੀ ਨਾ ਗੁਰੂ ਦੀ ਬਾਣੀ ਉੱਤੇ ਜਾਂ ਗੁਰਸਿੱਖੀ ਉੱਤੇ, ਉਹ ਵੀ ਡੋਲਣ ਲੱਗ ਪਿਆ। ਹਾਂਜੀ।
ਕਦੇ ਬਹਿ ਕਦ ਲੰਬੋ ਪਰਤ। ਲਾਲਚ ਵਿੱਚ ਨਾ ਉਹਨੂੰ ਲੱਗ ਪਈ ਅਚਵੀ, ਕਦੀ ਤੇ ਬਹਿ ਜਾਂਦਾ ਤੇ ਕਦੀ ਲੰਮਾ ਪੈ ਜਾਂਦਾ ਮੰਜੇ ਤੇ, ਸੋਚਦਾ ਵੀ ਕਿੰਨਾ ਕੁ ਪੈਸਾ। ਕਹਿੰਦੇ ਬੜੇ ਮਾਲ, ਬੜਾ ਤਗੜੀ ਸੰਦੂਖੜੀ ਭਰੀ ਪਈ ਹੈ। ਕਹਿੰਦਾ ਫੇਰ ਉੱਠ ਕੇ ਬਹਿ ਜਾਂਦਾ ਤੇ ਆਪਣੇ ਦਿਲ ਨਾਲ ਹੀ ਗੱਲਾਂ ਕਰਨ ਲੱਗ ਜਾਂਦਾ। ਕਦੇ ਤੁਰੈ ਕਦ ਉੱਠ ਕੇ ਖਰਤ। ਕਦੀ ਉੱਠ ਕੇ ਨਾ ਆਪਣੇ ਕਮਰੇ 'ਚ ਤੁਰਨ ਲੱਗ ਜਾਂਦਾ, ਉੱਥੇ ਜਿੱਥੇ ਆਸਣ ਲਾਇਆ, ਫੌਜ ਨੇ ਛਾਉਣੀ ਪਾਈ ਹੈ, ਉੱਥੇ ਤੁਰਨ ਲੱਗ ਜਾਂਦਾ। ਤੇ ਕਦੀ ਆਪਣੇ ਮੂੰਹ ਨਾਲ ਆਪੇ ਹੀ ਬੜਬੜਾਉਣ ਲੱਗ ਜਾਂਦਾ ਵੀ ਇੰਨਾ ਪੈਸਾ ਮਿਲ ਜਾਣਾ ਆਪਾਂ ਨੂੰ, ਆਹ ਆਪਾਂ ਦੇ ਮਾਲਾ ਮਾਲ ਹੋ ਜਾਣਾ। ਹਾਂਜੀ। ਲੱਗੀ ਅਚਵੀ ਕੰਪੈ ਉਸ ਦੇਹ। ਇੰਨੀ ਅਚਵੀ ਲੱਗੀ ਕਿ ਉਹਦਾ ਸਰੀਰ ਕੰਬਣ ਲੱਗ ਪਿਆ ਲਾਲਚ ਦੇ ਨਾਲ। ਹਾਂਜੀ। ਚੱਲਿਓ ਜੱਸਾ ਸਿੰਘ ਪੈ ਲਿਆ ਦੇਹ। ਉਹਦੇ ਕੋਲੋਂ ਉੱਥੇ ਬੈਠਿਆ ਵੀ ਨਹੀਂ ਗਿਆ। 10-20 ਮਿੰਟ ਸੋਚਣ ਤੋਂ ਬਾਅਦ ਫਿਰ ਕਹਿੰਦਾ ਜੱਸਾ ਸਿੰਘ ਭਰਾ ਨੂੰ ਤਾਂ ਦਸੀਏ, ਭਰਾ ਨੂੰ ਜ਼ਰੂਰ ਦਸੀਏ, ਕਿਤੇ ਇਹ ਨਾ ਹੋਵੇ ਕਿ ਭਰਾ ਨੂੰ ਪਤਾ ਨਾ ਲੱਗੇ ਤੇ ਦੂਜੇ ਲੈ ਜਾਣ। ਉਹ ਆਪਣੇ ਭਰਾ ਜੱਸਾ ਸਿੰਘ ਰਾਮਗੜੀਏ ਨੂੰ ਦੱਸਣ ਲਈ ਦੌੜ ਪਿਆ। ਦੋਹਰਾ ਜੱਸਾ ਸਿੰਘ ਨੇ ਦੇਖਿਓ ਕਿਮ ਆਵਤ ਭਾਈ ਉਤਾਲ। ਜੱਸਾ ਸਿੰਘ ਨੇ ਵੇਖਿਆ ਸਾਹਮਣੇ ਮੇਰਾ ਭਰਾ ਆ ਰਿਹਾ, ਬੜਾ ਕਾਹਲਾ ਤੁਰਿਆ ਆਉਂਦਾ, ਬੜਾ ਦੌੜਿਆ ਆਉਂਦਾ, ਸਾਊ ਸਾਈ ਹੋਇਆ ਪਿਆ। ਹਾਂਜੀ। ਕੈ ਬੜ ਬਿਗੜਿਓ ਕੰਮ ਕੋ, ਕੈ ਬੜ ਨਿਕਸਿਓ ਮਾਲ। ਜਾਂ ਤਾਂ ਕੋਈ ਕੰਮ ਵਿਗੜ ਗਿਆ, ਕੋਈ ਨੁਕਸਾਨ ਹੋ ਗਿਆ, ਕੋਈ ਸਿੰਘ ਮੁਖੀ ਬੰਦਾ ਮਾਰਿਆ ਗਿਆ ਲੜਾਈ ਵਿੱਚ, ਕਿਉਂਕਿ ਲੜਾਈ ਚੱਲ ਰਹੀ ਸੀ ਸ਼ਹਿਰ ਦੇ ਵਿੱਚ, ਖੜਬੜ ਹੋ ਰਹੀ ਸੀ ਕਸੂਰ ਸ਼ਹਿਰ ਦੇ ਵਿੱਚ। ਤੇ ਜਾਂ ਤਾਂ ਕੋਈ ਨੁਕਸਾਨ ਹੋਇਆ, ਵੱਡਾ ਕੰਮ ਵਿਗੜ ਗਿਆ, ਦੁਸ਼ਮਣ ਦਾ ਕੋਈ ਦਲ ਆ ਗਿਆ ਚੜ੍ਹ ਕੇ, ਜਾਂ ਕੋਈ ਭਾਣਾ ਵਰਤ ਗਿਆ, ਜਾਂ ਕੋਈ ਬਹੁਤ ਮਹਿੰਗਾ ਸੋਨਾ ਚਾਂਦੀ ਹੀਰਾ ਮੋਤੀ ਕੋਈ ਇਹਨੂੰ ਲੱਭ ਗਿਆ, ਤਾਂ ਇਹ ਮੇਰੇ ਕੋਲ ਦੌੜਿਆ ਆਉਂਦਾ ਹੈ। ਚੌਪਈ ਉਸ ਤੇ ਸੁਣੀ ਸਭ ਐਨ ਕਹੀ। ਜਦੋਂ ਜੱਸਾ ਸਿੰਘ ਦਾ ਭਰਾ ਆਇਆ, ਜੱਸਾ ਸਿੰਘ ਉਹਦੇ ਵੱਲ ਦੇਖੀ ਜਾਵੇ ਵੀ ਇਹ ਦੌੜਿਆ ਕਿਉਂ ਆ ਰਿਹਾ। ਇੰਨੇ ਨੂੰ ਆ ਕੇ ਮਾਲੀ ਸਿੰਘ ਨੇ ਜੱਸਾ ਸਿੰਘ ਨੂੰ ਫਤਿਹ ਬੁਲਾਈ। ਬੜੀ ਚੀਜ਼ ਅਬ ਨਿਕਸ ਸੋ ਭਈ। ਜੱਸਾ ਸਿੰਘ ਕਹਿੰਦਾ ਕਿਵੇਂ ਦੌੜਿਆ। ਮਾਲੀ ਸਿੰਘ ਬੜਾ ਕਾਹਲਾ ਪਿਆ, ਕੀ ਗੱਲ ਹੋਈ। ਕਹਿੰਦਾ ਭਰਾ ਜੀ ਪੁੱਛੋ ਕੁਛ ਨਾ, ਬੜਾ ਮੋਟਾ ਮਾਲ ਲੱਭ ਗਿਆ, ਬਹੁਤ ਮਹਿੰਗਾ ਖਜ਼ਾਨਾ ਸਾਡੇ ਹੱਥ ਚੜ ਗਿਆ ਹੈ। ਸੋ ਮੈਂ ਦੇਊਗ ਉਹਨੇ ਨਾ ਬਾਂਟ। ਪਰ ਮੇਰੀ ਗੱਲ ਸੁਣ ਲਓ ਭਰਾ ਜੀ, ਤੁਸੀਂ ਕਨ੍ਹਈਆਂ ਦੇ ਨਾਲ ਰੱਖਦੇ ਹੋ ਸਾਂਝੇਦਾਰੀ, ਕਨ੍ਹਈਆ ਮਿਸਲ ਨੂੰ ਅੱਧਾ ਮਾਲ ਵੰਡ ਕੇ ਦਿੰਦੇ ਹੋ, ਪਰ ਮੈਂ ਨਹੀਂ ਉਹ ਵੰਡ ਕੇ ਦੇਣਾ, ਇਹ ਤਾਂ ਮੈਂ ਲੱਭ ਕੇ ਲਿਆਇਆ। ਜਿਹੜੀ ਚੀਜ਼ ਦਾ ਮੈਨੂੰ ਪਤਾ ਲੱਗਾ ਉਹ ਮੈਂ ਆਪਣੀ ਮਿਸਲ ਰਾਮਗੜੀਆਂ ਕੋਲ ਹੀ ਰੱਖਣੀ, ਉਹ ਚੀਜ਼ ਮੈਂ ਕਨ੍ਹਈਆਂ ਨੂੰ ਅੱਧੋ ਅੱਧ ਕਰਕੇ ਨਹੀਂ ਦੇਣੀ। ਜਿਹੇ ਬਿਦ ਰਹਿ ਦਸੋ ਸੋ ਠਾਟ। ਤੋ ਦੱਸੋ ਭਰਾ ਜੀ ਵੀ ਹੁਣ ਕਿਹੜੇ ਤਰੀਕੇ ਨਾਲ ਉਹ ਸਾਰਾ ਮਾਲ ਆਪਣੇ ਕੋਲ ਰਹਿ ਜਾਵੇ। ਜੱਸਾ ਸਿੰਘ ਸੋ ਆਖ ਚੁਰਾਈ। ਜਦੋਂ ਭਰਾ ਦੀ ਇਹ ਗੱਲ ਸੁਣੀ, ਜੱਸਾ ਸਿੰਘ ਜਿਹੜਾ ਸੀ ਨਾ ਰਾਮਗੜੀਆ, ਹੈ ਤਾਂ ਰਾਜਨੀਤਿਕ ਸੀ ਪਰ ਬਾਣੀ ਬਹੁਤ ਪੜ੍ਹਦਾ ਸੀ, ਗੁਰਬਾਣੀ ਦਾ ਉਹ ਪ੍ਰੇਮੀ ਸੀ, ਨਿਤਨੇਮੀ ਸੀ, ਭਜਨ ਬੰਦਗੀ ਵਾਲਾ ਸੀ, ਅੰਮ੍ਰਿਤ ਵੇਲੇ ਉੱਠਦਾ ਸੀ, ਇਸ਼ਨਾਨ ਪਾਣੀ ਕਰਕੇ 5-7 ਬਾਣੀਆਂ ਦਾ ਨਿਤਨੇਮ ਪੱਕਾ ਕਰਦਾ ਸੀ, ਦਿਨੇ ਵੀ ਤੁਰਦਾ ਫਿਰਦਾ ਉਹ ਗੁਰਬਾਣੀ ਪੜ੍ਹਦਾ ਰਹਿੰਦਾ ਸੀ, ਤੇ ਪੰਥ ਦੀਆਂ ਮਰਿਆਦਾ, ਪੰਥ ਦੀਆਂ ਪਰੰਪਰਾਵਾਂ ਵੀ ਜਾਣਦਾ ਸੀਗਾ। ਜੱਸਾ ਸਿੰਘ ਰਾਮਗੜੀਆ ਇੱਕ ਗੁਰਸਿੱਖ ਸੀਗਾ, ਪਰ ਉਹਦਾ ਭਰਾ ਜਿਹੜਾ ਸੀ ਉਹ ਲਾਲਚੀ ਸੀਗਾ। ਦੋਵਾਂ ਭਰਾਵਾਂ ਦੇ ਵਿਚਾਰ ਥੋੜੇ ਫਰਕ ਸਨ। ਜੱਸਾ ਸਿੰਘ ਨੇ ਗੱਲ ਸੁਣੀ, ਭਰਾ ਦੀ ਅੱਖਾਂ ਨੀਵੀਆਂ ਕਰ ਲਈਆਂ। ਜੱਸਾ ਸਿੰਘ ਰਾਮਗੜੀਏ ਨੇ ਅੱਖ ਚੁਰਾਈ ਵੀ ਮੇਰਾ ਭਰਾ ਕੀ ਕਹਿ ਰਿਹਾ ਹੈ। ਐਮ ਨਹਿ ਕਹਿਓ ਬਨੈ ਸੁਨ ਭਾਈ। ਬਾਬਾ ਜੱਸਾ ਸਿੰਘ ਜੀ ਬੋਲੇ, ਕਹਿਣ ਲੱਗੇ ਮਾਲੀ ਸਿੰਘ ਭਰਾ, ਛੋਟਾ ਵੀਰ ਹੈ ਤੂੰ ਮੇਰਾ, ਪਰ ਇੱਦਾਂ ਗੁਰੂ ਕੇ ਸਿੱਖਾਂ ਨੂੰ ਨਹੀਂ ਕਰਨਾ ਚਾਹੀਦਾ, ਇੱਦਾਂ ਨਹੀਂ ਕਹੀਦਾ। ਜੋ ਤੂੰ ਕਹਿ ਰਿਹਾ ਹੈ ਇਹ ਗੱਲ ਗਲਤ ਹੈ। ਇੱਕ ਆਪਣੇ ਜਿਹੜੇ ਕੀਤੇ ਹੋਏ ਵਾਅਦੇ ਹਨ, ਜਿਹੜੀ ਆਪਣੀ ਕੀਤੀ ਹੋਈ ਜ਼ੁਬਾਨ ਹੈ ਸਿੰਘਾਂ ਵਾਲੀ, ਉਹਦੇ ਉਲਟ ਹੈ। ਹਾਂਜੀ। ਹਮ ਨੇ ਉਨ ਨੇ ਨੇਮ ਕਰ ਲੀਏ। ਅਸੀਂ ਤੇ ਕਨ੍ਹਈਆ ਮਿਸਲ ਦੇ ਜੈ ਸਿੰਘ ਨੇ ਨੇਮ ਕੀਤੇ ਹੋਏ ਨੇ, ਧਰਮ ਕੀਤੇ ਹੋਏ ਨੇ ਬਈ ਅਸੀਂ ਜੋ ਵੀ ਲੁੱਟਮਾਰ ਕਰਾਂਗੇ, ਜੋ ਵੀ ਮੋਰਚਾ ਫਤਿਹ ਕਰਾਂਗੇ, ਉਹਦਾ ਮਾਲ ਅੱਧੋ ਅੱਧ ਕਰਾਂਗੇ। ਨੇਮ ਹਾਰੀ ਕਿਤ ਜੀਵਨ ਜੀਏ। ਜੱਸਾ ਸਿੰਘ ਰਾਮਗੜੀਆ ਕਹਿੰਦਾ ਮਾਲੀ ਸਿੰਘ
ਨੇਮ ਹਾਰ ਕੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ। ਉਹ ਕਾਹਦਾ ਜੀਵਨ ਹੈ ਜਿਹੜਾ ਬੰਦੇ ਦਾ ਨੇਮ ਹੀ ਨਹੀਂ ਰਿਹਾ, ਧਰਮ ਹੀ ਨਹੀਂ ਰਿਹਾ, ਉਹਦਾ ਜੀਵਨ ਹੀ ਖਤਮ ਹੋ ਜਾਂਦਾ, ਜ਼ਿੰਦਗੀ ਖਤਮ ਹੋ ਜਾਂਦੀ ਹੈ। ਹਾਂਜੀ। ਧਰਮ ਹਾਰ ਜੋ ਦਰਬ ਕਮਾਇਓ। ਜਿਹੜਾ ਬੰਦਾ ਪੈਸਾ ਕਮਾਉਣ ਲਈ ਆਪਣਾ ਧਰਮ ਹਾਰ ਦਿੰਦਾ, ਉਹਦਾ ਪੈਸਾ ਕਿਹੜੇ ਕੰਮ ਆਏਗਾ? ਪੈਸਾ ਤਾਂ ਬੰਦੇ ਦਾ ਗੁਜ਼ਰਾਨ ਹੈ। ਧਰਮ ਜਿਹੜਾ ਉਹ ਲੋਕ ਪਰਲੋਕ ਨਾਲ ਜਾਣ ਵਾਲੀ ਚੀਜ਼ ਹੈ। ਹਾਂਜੀ। ਹੋਤ ਅਜਸ ਔ ਰਹਿਤ ਸੋ ਜਾਇਓ। ਪੈਸਾ ਜਿਹੜਾ ਹੈ ਉਹ ਪਹਿਲੀ ਗੱਲ ਤਾਂ ਪਾਪ ਤੋਂ ਬਿਨਾਂ ਹੁੰਦਾ ਨਹੀਂ। ਜੇ ਉਹ ਇਕੱਠਾ ਕਰੀਏ ਤੇ ਫਿਰ ਅਜਸ ਨਿੰਦਾ ਹੁੰਦੀ ਹੈ, ਫਿਰ ਨਾਲ ਵੀ ਨਹੀਂ ਜਾਂਦਾ। ਮਰਨ ਵੇਲੇ ਤਾਂ ਪਾਪ ਦੀ ਕਮਾਈ ਇੱਥੇ ਹੀ ਰਹਿ ਜਾਣੀ ਹੈ। ਔਰ ਮਰਨ ਦਾ ਕੋਈ ਪਤਾ ਕਿਹੜੇ ਵੇਲੇ ਮੌਤ ਆਣੀ ਹੈ। ਹੁਣੇ 5 ਮਿੰਟ ਨਹੀਂ ਲੱਗਣੇ, ਬੰਦਾ ਹੋ ਗਿਆ। ਪਲ ਪਲ ਦਾ ਭਰੋਸਾ ਨਹੀਂ ਹੈ। ਬਾਬਾ ਜੱਸਾ ਸਿੰਘ ਕਹਿੰਦੇ ਪੈਸਾ ਵੀ ਜਾਵੇਗਾ, ਧਰਮ ਵੀ ਜਾਵੇਗਾ, ਕੀ ਫਾਇਦਾ? ਇਹੋ ਜਿਹਾ ਕੰਮ ਨਹੀਂ ਕਰੀਦਾ। ਮਾਲੀ ਸਿੰਘ ਕਹੈ ਮੈਂ ਟੁਰੋ ਸੋ ਨਾਹੀ। ਮਾਲੀ ਸਿੰਘ ਆਪਣੇ ਭਰਾ ਜੱਸਾ ਸਿੰਘ ਦੀ ਗੱਲ ਸੁਣ ਕੇ ਕਹਿਣ ਲੱਗਾ, ਭਰਾ ਜੀ ਮੈਂ ਤੇ ਨਹੀਂ ਟਲਣਾ ਤੇਰੇ ਆਖੇ ਲੱਗ ਕੇ। ਜਿਵੇਂ ਤੂੰ ਕਹਿੰਦਾ ਇਹ ਭਲਵਾਨ ਸੀ ਦੀਆਂ ਗੱਲਾਂ ਨੇ, ਮੈਂ ਇਹਨੂੰ ਨਹੀਂ ਮੰਨਦਾ। ਮੈਂ ਤਾਂ ਜੋ ਕਰਨਾ ਉਹ ਕਰਨਾ ਹੀ ਕਰਨਾ। ਮੇਰੀ ਸੁਰਤ ਗਈ ਉਨ ਮਾਹੀ। ਮੇਰਾ ਧਿਆਨ ਤੇ ਹੁਣ ਉਸੇ ਪੈਸੇ ਵਿੱਚ, ਉਸੇ ਖਜ਼ਾਨੇ ਵਿੱਚ ਹੈ ਜਿਹੜਾ ਹੀਰਿਆਂ ਮੋਤੀਆਂ ਦਾ, ਬੇਗਮ ਦੇ ਗਹਿਣਿਆਂ ਦਾ ਖਜ਼ਾਨਾ ਹੈ। ਮੇਰਾ ਧਿਆਨ ਉਹਦੇ ਵਿੱਚ ਹੈ। ਮੈਂ ਨਹੀਂ ਉਹ ਛੱਡਣਾ ਉਹ ਖਜ਼ਾਨਾ। ਹਾਂਜੀ। ਮੈਂ ਉਨ ਦੇ ਕੇ ਜੀਵੋ ਨਾਹੀ। ਮੈਂ ਉਹ ਪੈਸਾ ਦੇਖ ਕੇ ਆਇਆ ਖਜ਼ਾਨਾ ਜਿਹੜਾ ਮੈਂ ਛੱਡਣਾ ਕੋਈ ਨਹੀਂ। ਮੈਂ ਜੇ ਉਹਨਾਂ ਨੂੰ ਦੇਂਗਾ, ਮੈਂ ਤੂੰ ਹਿੱਸਾ ਦੇਵੇਂਗਾ ਜਾਂ ਸਾਰਾ ਦੇਵੇਂਗਾ ਤੇ ਮੈਂ ਮਰ ਜਾਵਾਂਗਾ। ਵੱਡੀ ਧਮਕੀ ਮਾਲੀ ਸਿੰਘ ਨੇ ਬਾਬਾ ਜੀ ਨੂੰ, ਜੱਸਾ ਸਿੰਘ ਜੀ ਨੂੰ ਦੇ ਦਿੱਤੀ, ਭਰਾ ਵੱਡੇ ਨੂੰ, ਕਿ ਜੇ ਤੂੰ ਹਿੱਸਾ ਦਿੱਤਾ ਨਾ ਤਾਂ ਮੈਂ ਨਹੀਂ ਜੀਣਾ। ਮੈਂ ਤਾਂ ਗੋਲੀ ਆਪਣੇ ਮਾਰ ਲੈਣੀ ਹੈ, ਤੇਰੇ ਸਿਰ ਲਾ ਕੇ ਮਰ ਜਾਵਾਂਗਾ ਮੈਂ। ਹਾਂਜੀ। ਮੈਂ ਉਨ ਸੰਗ ਦੇਉ ਪ੍ਰਾਨ ਗਵਾਏ। ਜੇ ਉਹ ਖਜ਼ਾਨਾ ਗਿਆ, ਬੇਗਮ ਦੇ ਗਹਿਣੇ ਕਨ੍ਹਈਆ ਕੋਲ ਅੱਧੇ ਜਾਂ ਪੂਰੇ ਗਏ, ਤਾਂ ਮੈਂ ਆਪਣੇ ਪ੍ਰਾਣ ਦੇ ਦਿਆਂਗਾ, ਜਾਨ ਦੇ ਦਿਆਂਗਾ, ਤੇਰੇ ਸਿਰ ਚੜ ਕੇ ਮਰ ਜਾਵਾਂਗਾ। ਹਾਂਜੀ। ਪਹਿਲੇ ਹਵੇਲੀ ਅਸਾਂ ਸੀ ਰੋਕੀ। ਫਿਰ ਉਹਨੇ ਦਲੀਲ ਦਿੱਤੀ, ਕਹਿੰਦਾ ਜੇ ਦਿਲੇ ਰਾਮ ਦੀ ਹਵੇਲੀ ਪਹਿਲਾਂ ਅਸਾਂ ਕਬਜ਼ੇ ਕੀਤੀ ਸੀ, ਅਸਾਂ ਰੋਕੀ ਸੀ, ਇਸ ਕਰਕੇ ਸਾਰਾ ਹਵੇਲੀ ਦਾ ਮਾਲ ਰਾਮਗੜੀਆਂ ਦਾ ਹੈ। ਤੈ ਹੀ ਰਲਾਏ ਕਨ੍ਹਈਣ ਮੈਂ ਝੋਕੀ। ਤੂੰ ਕਨ੍ਹਈਆ ਨੂੰ ਨਾ ਰਲਾ ਲਿਆ। ਤੂੰ ਭਰਾ, ਤੂੰ ਧਰਮੀ ਬੰਦਾ ਬਣਦਾ ਹੈ, ਪਰ ਤੂੰ ਜਾਣਦਾ ਨਹੀਂ ਰਾਜਨੀਤੀ ਦੇ ਵਿੱਚ ਕੋਈ ਧਰਮ ਨਹੀਂ ਹੁੰਦਾ। ਕਹਿੰਦਾ ਰਾਜਨੀਤੀ ਤਾਂ ਰਾਜਨੀਤੀ ਹੁੰਦੀ ਹੈ, ਤੇ ਤੂੰ ਉਹਨਾਂ ਨੂੰ ਭਲਵਾਨਸੀ ਦੇ ਨਾਲ ਲਾ ਲਿਆ ਹੈ, ਕਨ੍ਹਈਆ ਨੂੰ ਵਿੱਚ ਵਾੜ ਲਿਆ ਹੈ। ਇਹ ਮਾੜਾ ਕੰਮ ਕੀਤਾ ਹੈ। ਦੋਹਰਾ ਜੱਸੈ ਸਿੰਘ ਤਬ ਇਮ ਕਹਿਓ ਅਬ ਹਮ ਜਾਣਤ ਯਾਹੇ। ਬਾਬਾ ਜੱਸਾ ਸਿੰਘ ਜੀ ਰਾਮਗੜੀਆ ਕਹਿਣ ਲੱਗਾ, ਸੁਣ ਮਾਲੀ ਸਿੰਘ, ਮੈਂ ਇਹ ਸਮਝਦਾ ਹਾਂ ਦਿਲੇ ਰਾਮ ਕੇ ਘਰ ਵਿਖੈ ਏਤੀ ਪੜੀ ਬੁਲਾਏ। ਰਾਮਗੜੀਏ ਜੱਸਾ ਸਿੰਘ ਕਹਿਣ ਲੱਗੇ ਵੀ ਦੇਖ, ਦਿਲੇ ਰਾਮ ਦੇ ਘਰ ਇੰਨਾ ਮਾਲ ਪਿਆ ਹੈ, ਜੇ ਆਪਾਂ 2 ਮਿਸਲਾਂ ਵੰਡ ਲਵਾਂਗੇ ਤਾਂ ਵੀ ਆਪਣਾ ਦੋਵਾਂ ਦਾ ਗੁਜ਼ਾਰਾ ਵਧੀਆ ਹੋ ਜਾਏਗਾ। ਚੌਪਈ ਜੱਸਾ ਸਿੰਘ ਫਿਰ ਬਹੁ ਸਮਝਾਇਆ। ਜੱਸਾ ਸਿੰਘ ਨੇ ਫਿਰ ਸਮਝਾਇਆ, ਆਵਨ ਜਾਣ ਸੋ ਹੈ ਜਹ ਮਾਇਆ। ਦੇਖ ਮਾਲੀ ਸਿੰਘ, ਇਹ ਮਾਇਆ ਆਉਣ ਜਾਣ ਵਾਲੀ ਚੀਜ਼ ਹੈ, ਕਦੀ ਆ ਜਾਂਦੀ ਹੈ, ਕਦੀ ਚਲੀ ਜਾਂਦੀ ਹੈ। ਇਹ ਧਨ ਕਰਤੇ ਦਾ ਖੇਲ ਹੈ, ਕਦੇ ਆਵੇ ਕਦੇ ਜਾਏ। ਪੈਸਾ ਕਦੀ ਟਿਕਿਆ ਨਹੀਂ, ਕਦੀ ਕਿਸੇ ਕੋਲ ਨਹੀਂ ਟਿਕਿਆ। ਕਰੋੜਾਂ ਅਰਬਾਂ ਖਰਬਾਂ ਆਉਂਦਾ ਵੀ ਹੈ ਤੇ ਬੰਦੇ ਦੇ ਹੱਥੋਂ ਜਾਂਦਾ ਵੀ ਹੈ। ਇਹ ਚੱਲਣ ਵਾਲੀ ਚੀਜ਼ ਹੈ, ਰਹਿਣ ਵਾਲੀ ਨਹੀਂ ਹੈ। ਆਪ ਕਨ੍ਹੇ ਬਹੁ ਫੌਜਨ ਵਾਰੇ। ਤੇ ਨਾਲੇ ਕਨ੍ਹਈਏ ਜਿਹੜੇ ਸਿੰਘ ਨੇ, ਜੈ ਸਿੰਘ ਹੋਰੀ, ਉਹਨਾਂ ਦੀ ਫੌਜ ਵੀ ਬੜੀ ਤਗੜੀ ਹੈ। ਜੇ ਆਪਾਂ ਉਹਨਾਂ ਨਾਲ ਵਿਗਾੜ ਪਾਵਾਂਗੇ ਤੇ ਉਹ ਫਿਰ ਆਪਣੀ ਲੜਾਈ ਹੋ ਜਾਏਗੀ, ਨੁਕਸਾਨ ਹੋ ਜਾਏਗਾ। ਇੱਕ ਹੀ ਰਲ ਸਭ ਜੱਟ ਹੋ ਸਾਰੇ। ਫਿਰ ਦੂਸਰੀ ਕਨ੍ਹਈਏ ਜਿਹੜੇ ਨੇ ਉਹ ਜੱਟ ਜ਼ਿਮੀਂਦਾਰ ਨੇ, ਤੇ ਉਹਨਾਂ ਸਾਰੀਆਂ ਮਿਸਲਾਂ ਨੇ ਉਹਨਾਂ ਦਾ ਪੱਖ ਲੈ ਲੈਣਾ, ਤੇ ਆਪਾਂ ਰਾਮਗੜੀਏ ਇਕੱਲੇ ਰਹਿ ਜਾਣਾ। ਹਮ ਤਰਖਾਨ ਇੱਕ ਹਿੱਸੇ ਸਾਰੇ। ਅਸੀਂ ਇੱਕੋ ਮਿਸਲ ਹੈ ਸਾਡੀ ਤਰਖਾਣਾਂ ਦੀ, ਤੇ ਬਾਕੀ ਜੱਟਾਂ ਦੀਆਂ ਸਾਰੀਆਂ ਮਿਸਲਾਂ ਉਹ ਜਿਹੜੇ ਹਨ ਇੱਕ ਪਾਸੇ ਹੋ ਜਾਣਗੇ, ਤੇ ਅਸੀਂ ਇਕੱਲੇ ਮਾਰ ਖਾਵਾਂਗੇ, ਫਿਰ ਪੰਥ ਨਾਲੋਂ ਟੁੱਟ ਜਾਵਾਂਗੇ।
ਹਾਂਜੀ, ਸੋ ਹਿੱਸੇ ਜੱਟ ਹਮ ਤੇ ਭਾਰੇ। ਉਹ 100 ਹਿੱਸੇ ਨੇ, ਬਾਕੀ ਮਿਸਲਾਂ ਜੱਟਾਂ ਦੀਆਂ ਹਨ। ਇੱਕ ਤਰਖਾਣਾ ਦੀ ਮਿਸਲ ਹੈ ਤੇ ਉਹ ਵੀ ਅਸੀਂ ਥੋੜੇ ਹਾਂ, ਤੇ ਉਹਨਾਂ ਦੇ ਨਾਲ ਆਪਾਂ ਰਲ ਕੇ ਪੰਥ ਦੀ ਸੇਵਾ ਕਰ ਰਹੇ ਹਾਂ। ਥੋੜੀ ਜੀ ਗੱਲ ਪਿੱਛੇ ਮੇਰੇ ਭਰਾ, ਪੰਥ ਵਿੱਚ ਫੁੱਟ ਨਾ ਪਾ ਤੂੰ। ਹਾਂਜੀ, ਇਹ ਹਮ ਕੋ ਵੱਡ ਕਰੇ ਖੁਆਰੀ। ਫਿਰ ਇਹ ਸਾਨੂੰ ਪਰੇਸ਼ਾਨ ਕਰਿਆ ਕਰਨਗੇ। ਅੱਗੇ ਵੀ ਸਿੰਘਾਂ ਦੇ ਆਪਸ ਵਿੱਚ ਕਈ ਵਾਰੀ ਮਤਭੇਦ ਹੋ ਜਾਂਦੇ ਸੀ। ਹੁਣ ਜੇ ਮਤਭੇਦ ਜ਼ਿਆਦਾ ਵੱਧ ਗਿਆ ਤੇ ਫਿਰ ਪੰਥ ਨਾਲ ਰਲਣਾ ਔਖਾ ਹੋ ਜਾਏਗਾ। ਇਸ ਕਰਕੇ ਆਪਾਂ ਗੁਰੂ ਕੇ ਸਿੱਖ ਹਾਂ, ਉਹ ਵੀ ਸਿੰਘ ਗੁਰੂ ਦੇ ਹਨ। ਆਪਾਂ ਹਿੱਸਾ ਅੱਧਾ ਜਿਹੜਾ ਬਣਦਾ ਹੈ ਉਹਨਾਂ ਨੂੰ ਦੇ ਦਈਏ, ਅੱਧਾ ਆਪਾਂ ਰੱਖ ਲਈਏ ਤੇ ਸਿੱਖੀ ਦਾ ਪਿਆਰ ਬਣਿਆ ਰਹੇਗਾ। ਭਾਈ ਖੁਸ਼ਹਾਲ ਸਿੰਘ ਦਿਓ ਇਨ ਮਾਰੀ। ਤੇ ਦੇਖੋ, ਪਹਿਲਾਂ ਲੜਾਈ ਹੋਈ ਸੀ, ਭੰਗੀ ਹਰੀ ਸਿੰਘ ਨੇ ਮੇਰਾ ਭਰਾ ਖੁਸ਼ਹਾਲ ਸਿੰਘ ਮਾਰ ਦਿੱਤਾ ਸੀ। ਇਹ ਹਰੀ ਸਿੰਘ ਭੰਗੀ ਨੇ ਜੱਸਾ ਸਿੰਘ ਰਾਮਗੜ੍ਹੀ ਇਹਦਾ ਭਰਾ ਮਾਰਤਾ ਸੀ, ਖੁਸ਼ਹਾਲ ਸਿੰਘ। ਤੇ ਉਹ ਜੱਸਾ ਸਿੰਘ ਕਹਿੰਦਾ, ਦੇਖ ਮਾਲੀ ਸਿਆਂ, ਇੱਕ ਭਰਾ ਸਾਡਾ ਇਹਨਾਂ ਨੇ ਮਾਰਿਆ ਅੱਗੇ, ਤੇ ਜੇ ਹੁਣ ਆਪਾਂ ਇਹਨਾਂ ਨਾਲ ਲੜਾਂਗੇ ਇਹ ਸਾਡੇ ਹੋਰ ਬੰਦੇ ਮਾਰਨਗੇ, ਨਾਲੇ ਪੰਥ ਨਾਲੋਂ ਟੁੱਟ ਕੇ ਗੁਜ਼ਾਰਾ ਨਹੀਂ ਹੋਣਾ। ਪੰਥ ਦੇ ਨਾਲ ਹੀ ਚੱਲੀਏ। ਭਾਈਚਾਰਾ ਹੁੰਦਾ ਹੈ, ਖਾਲਸਾ ਪੰਥ ਹੈ, ਗੁਰੂ ਪੰਥ ਖਾਲਸੇ ਦੇ ਅੰਗ ਬਣ ਕੇ ਰਹੀਏ, ਆਪਾਂ ਵੱਖਰੇ ਨਾ ਹੋਈਏ। ਵਹਿ ਵੇਲਾ ਉਸ ਹੀ ਦਿਨ ਗਇਓ। ਉਹ ਟਾਈਮ ਸੀਗਾ, ਚਲੋ ਜਿਹੋ ਜਿਹਾ ਲੰਘ ਗਿਆ। ਸਾਡਾ ਭਰਾ ਮਾਰਿਆ ਗਿਆ, ਦੁੱਖ ਤਾਂ ਸਾਨੂੰ ਬੜਾ ਹੈ, ਭੰਗੀਆਂ ਦੇ ਨਾਲ ਸਾਡੀ ਦੁਸ਼ਮਣੀ ਹੈ, ਪਰ ਪੰਥ ਦੇ ਤੌਰ ਤੇ ਸਾਨੂੰ ਇਕੱਠੇ ਤੁਰਨਾ ਪੈਂਦਾ। ਜਦੋਂ ਲੜਾਈ ਕਿਤੇ ਹੁੰਦੀ ਸੀ ਫਿਰ ਸਾਰੇ ਇਕੱਠੇ ਹੋ ਜਾਂਦੇ ਸਨ। ਜਦੋਂ ਅਬਦਾਲੀ ਆਉਂਦਾ ਸੀ ਉਦੋਂ ਰਾਮਗੜ੍ਹੀਏ, ਭੰਗੀ, ਸੁੱਕਰ ਚੱਕੀਏ, ਨਕਈ, ਆਲੂ ਵਾਲੀਏ, ਡੱਲੇ ਵਾਲੀਏ, ਕਨਈਏ, ਸਾਰੇ ਇਕੱਠੇ ਹੋ ਜਾਂਦੇ ਸਨ। ਹਾਂਜੀ, ਅਬ ਹਮ ਛੇੜ ਕੋ ਸੁਖ ਨਾ ਸਮਈਓ। ਸਿੰਘੋ, ਹੁਣ ਭਰਾ ਮੇਰਿਆ, ਆਪਾਂ ਛੇੜ ਨਾ ਛੇੜੀਏ ਕੋਈ, ਤਾਂ ਕਿ ਕਿਤੇ ਆਪਣੇ ਭਰਾਵਾਂ ਦੇ ਵਿੱਚ ਲੜਾਈ, ਸਿੰਘਾਂ ਦੇ ਵਿੱਚ ਲੜਾਈ ਨਾ ਪੈ ਜਾਵੇ। ਹਮ ਕੋ ਰੱਖਣ ਦੇਹੋ ਇਹ ਮਾਲ। ਤੇ ਮਾਲੀ ਸਿੰਘ ਕਹਿੰਦਾ, ਨਹੀਂ ਜੱਸਾ ਸਿੰਘ ਜੀ, ਇਹਨਾਂ ਨੇ ਸਾਡਾ ਭਰਾ ਮਾਰਿਆ ਤੇ ਆਪਾਂ ਹੁਣ ਇਹਨਾਂ ਨੂੰ ਪੈਸੇ ਕਿਉਂ ਦਈਏ? ਕਹਿੰਦਾ, ਆਪਾਂ ਮਾਲ ਰੱਖਣਾ ਹੈ ਸਾਰਾ। ਉਹ ਦਲੀਲ ਹੋਰ ਦਿੰਦਾ, ਉਹਦੀ ਦਲੀਲ ਪੰਥਕ ਹੈ ਜੱਸਾ ਸਿੰਘ ਦੀ, ਤੇ ਮਾਲੀ ਸਿੰਘ ਦੀ ਸਿਰਫ ਪੈਸੇ ਤੇ ਦਲੀਲ ਹੈ। ਹਾਂਜੀ, ਲੜ ਮੈਂ ਦਿਖਾ ਲੋ ਸਭ ਪੰਥ ਨਾਲ। ਮਾਲੀ ਸਿੰਘ ਕਹਿੰਦਾ, ਭਰਾ ਜੱਸਾ ਸਿੰਘ, ਤੂੰ ਭੋਲੀਆਂ ਗੱਲਾਂ ਕਰਦਾ, ਤੂੰ ਫਿਕਰ ਨਾ ਕਰ, ਮੈਂ ਇਕੱਲਾ ਹੀ ਸਾਰੇ ਪੰਥ ਨਾਲ ਲੜ ਲਾਂਗਾ। ਕਹਿੰਦਾ, ਜਿੰਨੀਆਂ ਮਿਸਲਾਂ ਨੇ ਨਾ ਇਹ ਸਿੱਖਾਂ ਦੀਆਂ, ਇਹਨਾਂ ਨਾਲ ਮੈਂ ਇਕੱਲਾ ਪੂਰਾ ਪੈ ਜਾਵਾਂਗਾ। ਜੇ ਮੈਨੂੰ ਕੁਝ ਘੂਰ ਕੱਪ ਕਰਨਗੇ ਤੇ ਮੈਂ ਆਕੀ ਹੋ ਜਾਵਾਂਗਾ, ਪਰ ਮੈਂ ਪੈਸੇ ਨਹੀਂ ਦੇਣੇ ਇਹਨਾਂ ਨੂੰ, ਉਹਦੇ ਵਿੱਚੋਂ ਹਿੱਸਾ ਨਹੀਂ ਦੇਣਾ। ਹਾਂਜੀ, ਦੋਹਰਾ ਜੋ ਤੋ ਰਾਖੈ ਮਾਲ ਅਬ, ਤੋ ਮੈਂ ਰਾਖੋ ਪ੍ਰਾਣ। ਜੇ ਮਾਲ ਤੂੰ ਰੱਖੇਗਾ, ਯਾਨੀ ਤੂੰ ਸਿੰਘਾਂ ਦੂਸਰਿਆਂ ਨੂੰ ਹਿੱਸਾ ਨਹੀਂ ਦੇਗਾ, ਕਨਈਆਂ ਨੂੰ, ਤੇ ਫਿਰ ਤੇ ਮੈਂ ਜਿਉਂਦਾ ਰਹਾਂਗਾ। ਤੇ ਜੇ ਭਰਾ ਤੂੰ ਦਿੱਤਾ ਹਿੱਸਾ ਨਕਈਆਂ ਕਨਈਆਂ ਨੂੰ, ਤੇ ਮੈਂ ਤੇਰੇ ਸਿਰੇ ਲਾ ਕੇ ਮਰ ਜਾਵਾਂਗਾ। ਹਾਂਜੀ, ਜੋ ਤੂੰ ਦੇਵੈ ਮਾਲ ਵੰਡ, ਲੜ ਮਰੋ ਇਸ ਮੈਦਾਨ। ਜੇ ਤੂੰ ਮਾਲ ਵੰਡ ਕੇ ਦੇਗਾ ਤੇ ਮੈਂ ਲੜ ਕੇ ਮਰ ਜਾ, ਭਾਵੇਂ ਆਪਣੇ ਆਪ ਨੂੰ ਗੋਲੀ ਮਾਰ ਲਵਾਂ ਤੇ ਭਾਵੇਂ ਉਹਨਾਂ ਨੂੰ ਮਾਰ ਦਿਆਂ, ਤੇ ਮੈਂ ਨਹੀਂ ਉਹ ਜਾਣ ਦੇਣਾ। ਮੈਂ ਤਾਂ ਅੜ ਗਿਆ ਹਾਂ, ਪੈਸਾ ਸਾਰਾ ਜਿੰਨਾ ਬੇਗਮ ਦੇ ਗਹਿਣੇ ਮੈਂ ਹੀ ਲੈਣੇ ਨੇ। ਹਾਂਜੀ, ਚੌਪਈ ਜੱਸਾ ਸਿੰਘ ਦੋ ਔਖੀ ਆਈ। ਬਾਬੇ ਜੱਸਾ ਸਿੰਘ ਜੀ ਵਿਚਾਰੇ ਬੜੀ ਦੁਬਿਧਾ 'ਚ ਫਸ ਗਏ, ਬੜੀ ਮੁਸ਼ਕਲ ਹੋ ਗਈ। ਹੁਣ ਕੀ ਕਰੀਏ? ਇਹ ਤਾਂ ਬੜੀ ਜਿੱਦ ਕਰ ਬੈਠਾ, ਔਰ ਲੜਾਈ ਦਾ ਉੱਤੋਂ ਕੰਮ ਚੱਲ ਰਿਹਾ, ਪਠਾਣਾ ਨਾਲ ਜੰਗ ਚੱਲ ਰਿਹਾ, ਕਸੂਰ ਫਤਿਹ ਕੀਤੀ ਹੈ, ਘਰ 'ਚ ਫੁੱਟ ਪੈ ਚੱਲੀ ਹੈ। ਹੁਣ ਕੀ ਕਰੀਏ? ਉਂਝ ਜਾਏ ਧਰਮ ਓ ਇਵ ਜਾਏ ਭਾਈ। ਉਂਝ ਜਾਏ ਧਰਮ ਇੰਝ ਜਾਏ ਭਾਈ। ਹੁਣ ਇੱਕ ਪਾਸੇ ਤਾਂ ਧਰਮ ਜਾ ਰਿਹਾ, ਜੇ ਮਾਲੀ ਸਿੰਘ ਦੇ ਨਾਲ ਸਹਿਮਤ ਹੁੰਦਾ ਜੱਸਾ ਸਿੰਘ ਤੇ ਧਰਮ ਜਾਂਦਾ, ਤੇ ਜੇ ਨਹੀਂ ਸਹਿਮਤ ਹੁੰਦਾ ਤੇ ਭਰਾ ਜਾਂਦਾ। ਹੁਣ ਭਰਾ ਵੀ ਤਾਂ ਰੱਖਣਾ, ਕੀ ਕਰੀਏ? ਬੜੀ ਸਮੱਸਿਆ। ਜੱਸਾ ਸਿੰਘ ਵਿਚਾਰਾ ਦੁਬਿਧਾ 'ਚ ਪੈ ਗਿਆ, ਧਰਮ ਸੰਕਟ 'ਚ ਪੈ ਗਿਆ। ਵਹਿ ਪੀ ਲਹਿਰ ਲੋਭ ਕੀ ਰੋੜਾ। ਫਿਰ ਭਰਾਵਾਂ ਪਿੱਛੇ ਜਦੋਂ ਸਾਧ ਸੰਗਤ ਜੀ ਬੰਦੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ, ਉਦੋਂ ਫਿਰ ਉਹਨੂੰ ਧਰਮ ਦਾ ਸਾਥ ਛੱਡਣਾ ਪੈ ਜਾਂਦਾ। ਉਹ ਭਰਾ ਵੱਲ ਹੋ ਗਿਆ, ਉਹਨੇ ਆਪਣੇ ਭਰਾ ਨੂੰ ਫਿਰ ਇੰਝ ਸਮਝਾਇਆ, ਭਾਈ ਰੱਖਿਓ ਓ ਧਰਮ ਅਨ ਤੋੜਾ। ਭਾਈ ਰੱਖ ਲਿਆ ਜੱਸਾ ਸਿੰਘ ਨੇ ਤੇ ਧਰਮ ਤੋੜ ਦਿੱਤਾ। ਤੋ ਜੱਸਾ ਸਿੰਘ ਜਹ ਵਿਦ ਭਾਖੀ। ਤਾਂ ਜੱਸਾ ਸਿੰਘ ਕਹਿਣ ਲੱਗਾ, ਹਾਂਜੀ,
ਲਈ ਨਾ ਪ੍ਰਗਟ ਗੋਪ ਕਿਮ ਰਾਖੀ। ਦੇਖ ਮਾਲੀ ਸਿੰਘ, ਜੇ ਤੂੰ ਬੇਈਮਾਨ ਹੋ ਹੀ ਗਿਆ ਤੇ ਮੈਨੂੰ ਵੀ ਨਾਲ ਰਲਾ ਰਿਹਾ, ਤਾਂ ਇੰਨੀ ਮਿਹਰਬਾਨੀ ਕਰੀ ਵੀ ਹੁਣ ਇਹਦਾ ਪਰਦਾ ਜ਼ਾਹਰ ਨਾ ਹੋਣ ਤੇ ਗੁਪਤ ਹੀ ਰੱਖੀ। ਜ਼ਾਹਰਾ ਤੌਰ ਤੇ ਉਹ ਖਜ਼ਾਨਾ ਨਾ ਚੁੱਕੀ। ਜੇ ਕਿਤੇ ਜ਼ਾਹਰਾ ਹੋ ਗਈ ਗੱਲ ਨਿਕਲ ਗਈ ਤਾਂ ਫਿਰ ਮੇਰੀ ਬੇਇੱਜ਼ਤੀ ਬੜੀ ਹੋਵੇਗੀ। ਮੇਰਾ ਪੰਥ ਦੇ ਵਿੱਚ ਸਤਿਕਾਰ ਬੜਾ ਹੈ, ਸਾਰੇ ਕਹਿਣਗੇ ਵੀ ਜੱਸਾ ਸਿੰਘ ਰਾਮਗੜੀਆ ਲਾਲਚ ਵਿੱਚ ਆ ਗਿਆ। ਹਾਂਜੀ, ਦਿਲੇ ਰਾਮ ਸੁਤ ਲੀਜੈ ਸਮਝਾਏ। ਦਿਲੇ ਰਾਮ ਦੇ ਪੁੱਤਰ ਨੂੰ ਸਮਝਾ ਲਓ ਤੇ ਜੋ ਉੱਥੇ ਖਜ਼ਾਨਾ ਹੈ ਉਹ ਤੁਸੀਂ ਚੁੱਕ ਲਿਆਓ, ਪਰ ਦੱਸਿਆ ਜੇ ਕਿਸੇ ਨੂੰ ਨਾ। ਮਤ ਵਹਿ ਉਨ ਕੋ ਦੇ ਬਤਾਏ। ਉਹਨੂੰ ਦਿਲੇ ਰਾਮ ਦੇ ਪੁੱਤਰ ਨੂੰ ਵੀ ਇਸ ਗੱਲ ਤੇ ਸਹਿਮਤ ਕਰ ਲਾ ਵੀ ਉਹ ਮਤਾ ਉਹ ਨਾ ਕਿਤੇ ਘਨਈਆਂ ਨੂੰ ਦੱਸ ਦੇਵੇ। ਜੇ ਉਹ ਦੱਸ ਦੇਵੇ ਵੀ ਮੈਂ ਰਾਮਗੜੀਆਂ ਨੂੰ ਇੰਨਾ ਅਰਬਾਂ ਰੁਪਇਆਂ ਦਾ ਖਰਬਾਂ ਰੁਪਇਆਂ ਦਾ ਮਾਲ ਦਿੱਤਾ, ਤੇ ਜੇ ਉਹ ਗੱਲ ਨਿਕਲ ਗਈ ਤੇ ਫਿਰ ਘਨਈਏ ਕਿੱਥੇ ਚੁੱਪ ਕਰਨਗੇ। ਉਹ ਕਹਿਣਗੇ ਅੱਧੋ ਅੱਧ ਕਰੋ, ਫਿਰ ਲੜਾਈ ਹੋ ਜਾਏਗੀ। ਇਸ ਕਰਕੇ ਉਹਨੂੰ ਕਹੋ ਵੀ ਚੁੱਪ ਰਹਿ ਕੇ ਸਾਨੂੰ ਹੀ ਦੇ ਦੇਵੇ। ਧਰਮ ਜਾਏ ਔ ਧਨ ਪੀ ਜਾਏ। ਧਰਮ ਤੇ ਜਾ ਰਿਹਾ, ਧਨ ਵੀ ਨਾ ਚਲਾ ਜਾਏ ਕਿਤੇ। ਤੂੰ ਧਰਮ ਤੇ ਗਵਾ ਬੈਠਾ, ਮੈਨੂੰ ਵੀ ਨਾਲ ਬੇਈਮਾਨ ਬਣਾਉਣ ਲੱਗਾ। ਪਰ ਹੁਣ ਇਹ ਨਾ ਹੋਵੇ ਵੀ ਕਿਤੇ ਅਸੀਂ ਦੋਵੇਂ ਭਰਾ ਧਰਮ ਤੋਂ ਜਾਂਦੇ ਜਾਂਦੇ ਧਨ ਤੋਂ ਵੀ ਨਾ ਹੱਥ ਧੋਵਈਏ, ਕਿਤੇ ਉਹ ਵੀ ਨਾ ਸਾਡੇ ਹੱਥੋਂ ਖੁੱਸ ਜਾਵੇ। ਓਏ ਲੇਵੈ ਫਿਰ ਦਗੋ ਕਮਾਏ। ਉਹ ਫਿਰ ਕਿਉਂਕਿ ਜਦੋਂ ਪਤਾ ਲੱਗ ਗਿਆ ਤਾਂ ਘਨਈਏ ਚੁੱਪ ਕਰਕੇ ਨਹੀਂ ਬਹਿਣਗੇ, ਉਹਨਾਂ ਨੇ ਕੋਈ ਨਾ ਕੋਈ ਦਾ ਪੇਚ ਖੇਡ ਕੇ ਸਾਡੇ ਕੋਲੋਂ ਲੈ ਹੀ ਲੈਣਾ। ਇਤਨੀ ਸੁਨ ਮਾਲੀ ਸਿੰਘ ਗਇਓ। ਇਹ ਸੁਣ ਕੇ ਮਾਲੀ ਸਿੰਘ ਜੱਸਾ ਸਿੰਘ ਦਾ ਭਰਾ ਗਿਆ। ਖੁਸ਼ੀਆ ਕਰਤ ਸੋ ਮਨ ਮੈਂ ਭਇਓ। ਬੜਾ ਖੁਸ਼, ਨੱਚਦਾ ਟੱਪਦਾ ਜਾਂਦਾ। ਉਹਦੇ ਤੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਵੀ ਭਰਾ ਨੇ ਆਗਿਆ ਦੇਤੀ, ਹੁਣ ਮਾਲ ਸਾਡਾ ਹੀ ਹੈ, ਹੁਣ ਆਪਾਂ ਘਨਈਆਂ ਨੂੰ ਨਹੀਂ ਦੇਣਾ। ਇਹ ਸੋਚ ਕੇ ਕਿਸ ਤਰ੍ਹਾਂ